ਵਾਇਸ ਆਫ ਇੰਡੀਆ ਤੇ ਮੈਂ ਇੱਕ ਵਾਰੀ ਫਿਰ ਹਾਜ਼ਰ ਹਾਂ ਜੀ। ਤੁਹਾਡਾ ਹੋਸਟ ਐਮਪੀ ਸਿੰਘ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੇਰੇ ਸਵਾਲ ਮੈਂ ਗੱਲ ਕਰ ਰਿਹਾ ਜੀ ਉਦੋਂ ਦੀ ਜਦੋਂ ਜ਼ਿੰਦਗੀ ਜਿਹੜੀ ਹੈ ਉਹ ਬੜਕ ਮਾਰ ਕੇ ਗਲੀਆਂ 'ਚ ਨਹੀਂ ਸੀ ਨਿਕਲਦੀ। ਕਾਲੀਆਂ ਲੋਈਆਂ, ਕਾਲੀਆਂ ਸਟੇਨਾਂ, ਕਾਲੇ ਦਿਲਾਂ ਵਾਲੇ ਹਾਕਮ, ਸੁਰਖ ਲਹੂ ਦੇ ਡੁੱਲਣ ਤੋਂ ਬਾਅਦ ਮਿੱਟੀ ਉੱਤੇ ਬਣੇ ਕਾਲੇ ਧੱਬਿਆਂ ਉੱਤੇ ਦਗੜ ਦਗੜ ਕਰਦੇ ਖਾਕੀ ਤੇ ਹਰੇ ਬੂਟ, ਬੇਰਮਤੀਆਂ, ਬੇਵਿਸ਼ਵਾਸੀ, ਬੇਬਸੀਆਂ ਦੇ ਸਾਏ ਹੇਠ ਸਾਹ ਰੋਕ ਕੇ ਸਹਿਮ ਕੇ ਦਿਲ ਕੱਟੀ ਕਰ ਰਹੀ ਸੀ ਜ਼ਿੰਦਗੀ। ਜ਼ਿੰਦਗੀ ਉਹ ਕਾਲੀਆਂ ਰਾਤਾਂ ਦਾ ਦੌਰ ਸੀ। ਗਾਇਕਾਂ ਦੀਆਂ ਤੂੰਬੀਆਂ ਜਦੋਂ ਟਰੰਕਾਂ 'ਚ ਜਾ ਵੜੀਆਂ, ਰੰਗ ਕਰਮੀ ਜਾਗ ਰਿਹਾ ਸੀ ਤਦ ਵੀ। ਹਨੇਰੀਆਂ ਰਾਤਾਂ 'ਚ ਡਰਾਵਣੀ ਚੁੱਪ ਨੂੰ ਤੋੜਨ ਲਈ ਉਵੇਂ ਹੀ ਹਾਂ ਦਾ ਨਾਅਰਾ ਮਾਰ ਰਿਹਾ ਸੀ ਰੰਗ ਕਰਮੀ, ਜਿਵੇਂ ਕਦੇ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਆਵਾਜ਼ ਬੁਲੰਦ ਕੀਤੀ ਸੀ। ਰੰਗ ਕਰਮੀਆਂ ਨੂੰ ਉਸੇ ਨਵਾਬ ਦੀ ਅਸੀਸ ਵੀ ਪ੍ਰਾਪਤ ਸੀ ਤੇ ਹੱਲਾਸ਼ੇਰੀ ਵੀ। ਅੱਜ ਸਰਹੰਦ ਦੀਆਂ ਨੀਹਾਂ 'ਚ ਚਿਣੇ ਸਾਹਿਬਜ਼ਾਦਿਆਂ ਦੀ ਨਿੱਘੀ ਗਲਵੱਕੜੀ ਵੀ ਹਾਜ਼ਰ ਸੀ। ਉਸੇ ਦੌਰ ਦਾ ਇੱਕ ਰੰਗ ਕਰਮੀ ਹੈ ਪਰਮਜੀਤ ਗਿੱਲ, ਜਿਨ੍ਹਾਂ ਨਾਲ ਅੱਜ ਅਸੀਂ ਗੱਲਬਾਤ ਦਾ ਸਿਲਸਿਲਾ ਮੇਰੇ ਸਵਾਲਾਂ ਦੇ ਤਹਿਤ ਕਰਨ ਜਾ ਰਹੇ ਹਾਂ। ਰੰਗ ਕਰਮੀ ਪਰਮਜੀਤ ਗਿੱਲ ਬੁੱਗੀਪੁਰੇ ਤੋਂ ਹੈ, ਮੋਗੇ ਦੇ ਲਾਗੇ ਬੁੱਗੀਪੁਰਾ। ਉਹਨਾਂ ਨੇ ਆਪਣੀ ਨਾਟਕ ਟੀਮ ਉੱਥੇ ਬਣਾਈ ਸੀ ਮੋਗੇ, ਤੇ ਅਸੀਂ ਪੰਜਾਬ ਕਲਾ ਮੰਚ ਬੁੱਗੀਪੁਰਾ, ਤੇ ਇਸੇ ਕਰਕੇ ਅਸੀਂ ਕਈ ਵਾਰੀ ਉਹਨਾਂ ਨੂੰ ਪਰਮਜੀਤ ਬੁੱਗੀਪੁਰੀਆ ਕਹਿ ਕੇ ਵੀ ਸੰਬੋਧਨ ਹੁੰਦੇ ਹਾਂ। ਮੇਰੇ ਨਾਲ ਹਾਜ਼ਰ ਨੇ ਪਰਮਜੀਤ ਗਿੱਲ ਜੀ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ ਸਾਹਿਬ, ਸਤਿ ਸ੍ਰੀ ਅਕਾਲ ਜੀ। ਮੇਰੇ ਵੱਲੋਂ ਤੁਹਾਡਾ ਪ੍ਰੋਗਰਾਮ ਦੇਖ ਕੇ ਸੁਣ ਰਹੇ ਵਿਜ਼ਨ ਆਫ ਇੰਡੀਆ ਦੇ ਸਾਰੇ ਦਰਸ਼ਕਾਂ ਨੂੰ ਨਿੱਘੀ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹਾਂ, ਮੈਂ ਥੋੜੀ ਜਿਹੀ ਕਰੈਕਸ਼ਨ ਕਰਨੀ ਚਾਹੁੰਦਾ ਜੀ। ਸਾਡੇ ਇਸ ਪਲੇਟਫਾਰਮ ਦਾ ਨਾਮ ਹੈ ਵਾਇਸ ਆਫ ਇੰਡੀਆ। ਇਹਦੇ ਤੇ ਅਸੀਂ ਬਹੁਤ ਸਾਰੇ ਸਾਹਿਤਕਾਰਾਂ ਨੂੰ, ਕਲਮਕਾਰਾਂ ਨੂੰ, ਰੰਗ ਕਰਮੀਆਂ ਨੂੰ ਬਾਰ-ਬਾਰ ਸੁਨੇਹੇ ਦੇ ਕੇ ਬੁਲਾਉਂਦੇ ਹਾਂ ਔਰ ਉਹਨਾਂ ਨੂੰ ਬੇਨਤੀ ਕਰਦੇ ਕਿ ਉਹ ਆਪਣੀ ਜ਼ਿੰਦਗੀ ਦੇ ਬਹੁਤ ਅਨਮੋਲ ਖਜ਼ਾਨੇ ਜਿਹੜੇ ਆ ਉਹ ਸਾਡੇ ਸਰੋਤਿਆਂ ਦੇ ਨਾਲ, ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ। ਸਾਨੂੰ ਸੁਭਾਗ ਪ੍ਰਾਪਤ ਹੋਇਆ ਤੁਹਾਡੇ ਨਾਲ ਗੱਲ ਕਰਨ ਦਾ। ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਗੱਲ ਕੀਤੀ ਹੈ ਕਿ ਤੁਸੀਂ ਉਸ ਦੌਰ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ ਜਦੋਂ ਕੋਈ ਬਾਹਰ ਨਿਕਲਣਾ ਵੀ, ਘਰੋਂ ਬਾਹਰ ਨਿਕਲਣਾ ਵੀ ਨਹੀਂ ਸੀ ਚਾਹੁੰਦਾ, ਡਰਦਾ ਸੀ, ਕੰਬਦਾ ਸੀ, ਤ੍ਰਹਿਕਦਾ ਸੀ। ਔਰ ਉਸ ਦੌਰ ਵਿੱਚ ਤੁਸੀਂ ਰੰਗ ਮੰਚ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਫਿਰ ਵੀ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਕਿ ਕਿਵੇਂ ਸ਼ੁਰੂ ਹੋਈ ਰੰਗ ਮੰਚ ਯਾਤਰਾ ਤੁਹਾਡੀ? ਮੈਂ ਹਜੇ 10ਵੀਂ ਪਾਸ ਨਹੀਂ ਸੀ ਕੀਤੀ ਜੀ। 9ਵੀਂ ਕਲਾਸ ਦੇ ਵਿੱਚ ਸੀ ਅਸੀਂ ਆਪਣੇ ਸਰਕਾਰੀ ਸਕੂਲ ਬੁੱਗੀਪੁਰਾ ਦੇ ਵਿੱਚ। ਸੋ ਉਦੋਂ ਗੁਰਸ਼ਰਨ ਭਾਜੀ ਦੀ ਟੀਮ ਨੇ ਖਾਲਸਾ ਸਕੂਲ ਮੋਗੇ ਇੱਕ ਪ੍ਰੋਗਰਾਮ ਸੀਗਾ। ਸੋ ਸਾਡੇ ਜਿਹੜਾ ਪੰਜਾਬੀ ਟੀਚਰ ਸੀ ਉਹਨਾਂ ਨੂੰ ਜਦੋਂ ਪਤਾ ਲੱਗਿਆ, ਗਿਆਨੀ ਜੀ ਨੂੰ, ਵੀ ਇੱਥੇ ਗੁਰਸ਼ਰਨ ਭਾਜੀ ਦੇ ਨਾਟਕ ਹੋ ਰਹੇ ਆ ਮੋਗੇ। ਤੋ ਸਾਡਾ ਜਿਹੜਾ ਪਿੰਡ ਹੈ ਮੋਗੇ ਦੇ ਬਿਲਕੁਲ ਨਾਲ 7 ਕਿਲੋਮੀਟਰ। ਤੋ ਸਾਨੂੰ ਉਹਨਾਂ ਨੇ ਛੁੱਟੀ ਕੀਤੀ ਵੀ ਤੁਸੀਂ ਜਾ ਕੇ ਜੇ ਡਰਾਮਾ ਦੇਖਣਾ ਤੁਸੀਂ ਦੇਖ ਸਕਦੇ। ਦਿਨ ਵੇਲੇ ਹੋਏਗਾ? ਹਾਂਜੀ, ਠੀਕ ਹੈ। ਬਿਲਕੁਲ ਦਿਨ ਵੇਲੇ ਸੀ ਜੀ। ਖਾਲਸਾ ਹਾਈ ਸਕੂਲ ਹੈ, ਹਾਇਰ ਸੈਕੰਡਰੀ ਹੋ ਗਿਆ ਜੀ ਹੁਣ ਤਾਂ। ਤੋ ਉਦੋਂ ਉਹਦੇ ਵਿੱਚ ਉਹ ਨਾਟਕ ਸੀਗਾ। ਇਹ ਗੱਲ ਹੈਗੀ ਹੈ ਜੀ ਮੇਰੇ ਹਿਸਾਬ ਨਾਲ 1974 ਜਾਂ 75 ਦੀ। ਅੱਛਾ ਜੀ। ਸੋ ਅਸੀਂ ਸਾਰੀ ਕਲਾਸ ਹੀ ਜਿਹੜੇ ਚਾਹੁੰਦੇ ਸੀਗੇ ਮਤਲਬ ਨਾਟਕ ਦੇਖਣਾ। ਅਸੀਂ 7-8 ਜਾਣੇ ਤਾਂ ਮੈਨੂੰ ਯਾਦ ਆ ਵੀ ਅਸੀਂ ਸੀਗੇ। ਅਸੀਂ ਉਹ ਨਾਟਕ ਦੇਖਣ ਗਏ। ਸੋ ਉਸ ਨਾਟਕ ਦੇ ਦੌਰਾਨ ਡਾਕਟਰ ਗੁਰਦਿਆਲ ਸਿੰਘ ਫੁੱਲ ਉਹਨਾਂ ਨੇ ਵੀ ਸਪੀਚ ਕੀਤੀ ਸੀ ਉਸ ਅੱਛਾ ਜੀ ਸਟੇਜ ਦੇ ਉੱਤੇ। ਸੋ ਉਹ ਜਿਹੜੇ ਗੁਰਸ਼ਰਨ ਮਤਲਬ ਸਟੇਜ ਤੇ ਆ ਕੇ ਸਪੀਚ ਵੀ ਕੀਤੀ ਸੀ ਤੇ ਨਾਟਕ ਦੇ ਵਿੱਚ ਆਪ ਇੱਕ ਪਰਫਾਰਮ ਵੀ ਕੀਤਾ ਸੀਗਾ। ਸੋ ਉਹ ਜਿਹੜਾ ਸਾਰਾ ਮਾਹੌਲ ਸੀ ਏਦਾਂ ਮਤਲਬ ਜ਼ਿਹਨ ਦੇ ਉੱਤੇ ਭਾਰੂ ਹੋਇਆ ਵੀ ਨਾ, ਮਤਲਬ ਆਪਣੇ ਆਪ ਦੇ ਵਿੱਚ ਇੱਕ ਹੋਇਆ ਵੀ ਅਸੀਂ ਵੀ ਮਤਲਬ ਏਦਾਂ ਦਾ ਕੁਛ ਕਰੀਏ। ਸੋ ਜਦੋਂ ਵਾਪਸ ਆਏ ਆ ਅਸੀਂ ਦੂਸਰੇ ਦਿਨ, ਸਾਡੇ ਗਿਆਨੀ ਟੀਚਰ ਜੀ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਕਿੱਦਾਂ ਲੱਗੇ, ਕੀ ਸੀ, ਕਿਵੇਂ ਸੀ। ਉਹ ਸਾਰਾ ਅਸੀਂ ਡਿਸਕਸ ਕੀਤਾ ਉਹਨਾਂ ਦੇ ਨਾਲ, ਪਰ ਉਹ ਹਾਸੇ ਦੇ ਵਿੱਚ ਹੋਇਆ ਕਿਉਂਕਿ ਸੀਰੀਅਸ ਹੋ ਕੇ ਕੁਛ ਵੀ ਉੱਦਾਂ ਦਾ ਉਸ ਟਾਈਮ ਦੇ ਵਿੱਚ ਕੁਛ ਵੀ ਨਹੀਂ ਸੀਗਾ। ਪਰ ਉਸ ਤੋਂ ਬਾਅਦ ਟਾਈਮ ਚੱਲਦਾ ਰਿਹਾ। ਮੈਂ ਬੜਾ ਮਤਲਬ ਸ਼ਾਈ ਜਿਹਾ ਸਟੂਡੈਂਟ ਸੀਗਾ ਸਕੂਲ ਦੇ ਵਿੱਚ, ਕਲਾਸ ਦੇ ਵਿੱਚ।
ਉਹ ਸਾਡੇ ਹੈਡਮਾਸਟਰ ਬਲਬੀਰ ਸਿੰਘ ਗਿੱਲ ਸਾਡੇ ਨਾਲ ਹੀ ਪਿੰਡਾਲਾ ਜੀ ਉੱਥੋਂ ਸੀਗੇ। ਤੋਂ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ ਵੀ ਪਰਮਜੀਤ ਪਰਫਾਰਮ ਕਰਦਾ ਹੈਗਾ, ਕਿਉਂਕਿ ਥੋੜੇ ਜਿਹੇ ਸਾਲ ਬਾਅਦ ਜਦੋਂ ਮੈਂ ਆਰਟ ਐਂਡ ਕਰਾਫਟ ਕਰਕੇ ਹਰਿਆਣੇ ਦੇ ਵਿੱਚੋਂ ਵਾਪਸ ਪਿੰਡ ਦੇ ਵਿੱਚ ਗਿਆ, ਤਾਂ ਪਿੰਡ ਦੇ ਵਿੱਚ ਜਾ ਕੇ ਮੈਂ ਟਰਾਈ ਕੀਤੀ ਆ ਵੀ ਅਸੀਂ ਇੱਕ ਟੀਮ ਬਣਾਈਏ। ਅਸੀਂ ਟੀਮ ਬਣਾਈ, ਤੋਂ ਅਸੀਂ ਨਾਟਕ ਇਹ ਲੋਕ ਕਿਸ ਦਾ ਗੁਰਸ਼ਰਨ ਭਾਜੀ ਦਾ ਹੀ ਸੀਗਾ, ਉਹ ਇੱਕ ਸਕੂਲ ਦੇ ਫੰਕਸ਼ਨ ਦੌਰਾਨ ਸਟੇਜ ਕੀਤਾ। ਇਹੀ ਨਾਟਕ ਸੀ ਜਿਹੜਾ ਗੁਰਦਿਆਲ ਸਿੰਘ ਫੁੱਲ ਹੋਰਾਂ ਨੇ ਲਿਖਿਆ? ਹਾਂਜੀ, ਠੀਕ ਹੈ। ਇਹ ਲੋਕ ਹਾਂਜੀ। ਸੋ ਉਹ ਨਾਟਕ ਜਦੋਂ ਪਰਫਾਰਮ ਕੀਤਾ, ਸੋ ਮੈਨੂੰ ਸਾਡੇ ਜਿਹੜੇ ਹੈਡਮਾਸਟਰ ਪੁਰਾਣੇ ਸੀਗੇ ਉਹਨਾਂ ਨੇ ਬੁੱਕ ਦੇ ਵਿੱਚ ਲੈ ਕੇ ਮੈਨੂੰ ਬੜਾ ਹੀ ਪਿਆਰ ਕੀਤਾ। ਕਹਿੰਦਾ ਤੂੰ ਤਾਂ ਐਕਟਰ ਬੜਾ ਵਧੀਆ ਵਾ, ਤੂੰ ਤਾਂ ਬੜਾ ਮਤਲਬ ਸ਼ਾਈ ਜਿਹਾ ਹੁੰਦਾ ਸੀ, ਵੀ ਤੂੰ ਇਹ ਕਿੱਥੋਂ ਸਿੱਖ ਲਿਆ, ਕਿਵੇਂ ਹੋ ਗਿਆ ਸਾਰਾ ਕੁਛ। ਸੋ ਮੇਰੇ ਪੱਲੇ ਮਤਲਬ ਉਸ ਟਾਈਮ ਕੁਛ ਵੀ ਨਹੀਂ ਪਿਆ। ਮੈਂ ਇੰਨਾ ਹੀ ਕਿਹਾ, ਮਤਲਬ ਮੈਂ ਸੰਗ ਕੇ ਉਹਦਾ ਜਵਾਬ ਹੀ ਨਹੀਂ ਦਿੱਤਾ, ਕੁਛ ਵੀ ਚੁੱਪ ਕਰਕੇ ਮੈਂ ਪਾਸੇ ਜਿਹਨੂੰ ਹੋ ਗਿਆ ਬੁੱਕ ਚੋਂ ਨਿਕਲ ਕੇ। ਸੋ ਉਸ ਤੋਂ ਬਾਅਦ ਜਿਹੜਾ ਦੌਰ ਸੀ ਉਹ ਚੱਲਦਾ ਰਿਹਾ। ਸੋ ਉੱਥੇ ਇੱਕ ਆਰਗੇਨਾਈਜੇਸ਼ਨ ਸੀ ਨਾਟਕ ਕੇਂਦਰ ਮੋਗਾ ਸੀ ਮੇਰਾ ਖਿਆਲ, ਉਹਨਾਂ ਦੇ ਨਾਲ ਉਹ ਗੁਰਸ਼ਰਨ ਭਾਜੀ ਦੇ ਜਿਹੜੇ ਨਾਟਕ ਸੀ ਉਹ ਕਰਦੇ ਹੁੰਦੇ ਸੀਗੇ। ਜਿੱਦਾਂ ਤੂੰ ਖੁਦਕਸ਼ੀ ਕਰੇਗਾ ਅਸੀਂ ਸ਼ਹੀਦ ਹੋਵਾਂਗੇ, ਲਹੂ ਦੀ ਲੋਅ ਦੇ ਵਿੱਚੋਂ ਇੱਕ ਨਾਟਕ ਸੀਗਾ। ਸਵਰਨ ਸਿੰਘ ਕੰਵਲ ਦਾ ਨਾਵਲ ਸੀ ਲਹੂ ਦੀ ਲੋਅ, ਉਹਦੇ ਵਿੱਚੋਂ ਨਾਟਕ ਸੀ ਤੂੰ ਖੁਦਕਸ਼ੀ ਕਰੇਗਾ ਅਸੀਂ ਸ਼ਹੀਦ ਹੋਵਾਂਗੇ। ਸੋ ਉਹ ਨਾਟਕ ਦੇ ਵਿੱਚ ਮੈਨੂੰ ਇੱਕ ਕਿਰਦਾਰ ਕਰਨ ਦਾ ਮੌਕਾ ਮਿਲਿਆ ਇੱਕ ਕੰਪੀਟੀਸ਼ਨ ਦੇ ਵਿੱਚ। ਸੋ ਮੈਂ ਉਸ ਟੀਮ ਦੇ ਨਾਲ ਜਦੋਂ ਮੈਂ ਪਰਫਾਰਮ ਕੀਤਾ, ਸੋ ਮੈਨੂੰ ਐਜ਼ ਅ ਬੈਸਟ ਐਕਟਰ ਉਸ ਸਮੇਂ ਦੇ ਦੌਰਾਨ ਸਟੇਜ ਦੇ ਉੱਤੋਂ ਅਨਾਉਂਸ ਕੀਤਾ ਗਿਆ। ਸੋ ਉਹ ਇੱਕ ਹੱਲਾਸ਼ੇਰੀ ਸੀ, ਮਤਲਬ ਵੀ ਮੈਂ ਹੋਰ ਵੀ ਬਹੁਤ ਕੁਛ ਕਰ ਸਕਦਾ। ਠੀਕ। ਸੋ ਉਸ ਦਿਨ ਤੋਂ ਬਾਅਦ ਫਿਰ ਅਸੀਂ ਹੌਲੀ ਹੌਲੀ ਪਲਸ ਮੰਚ ਪੰਜਾਬ ਲੋਕ ਸੱਭਿਆਚਾਰਕ ਮੰਚ ਜਿਹੜਾ ਗੁਰਸ਼ਰਨ ਭਾਜੀ ਜਦੋਂ ਪ੍ਰਧਾਨ ਹੁੰਦੇ ਸੀ ਉਹਦੇ ਨਾਲ ਜੁੜ ਗਏ। ਉਹਦੇ ਨਾਲ ਸਾਡੀ ਅਟੈਚਮੈਂਟ ਹੋਈ। ਠੀਕ। ਸੋ ਉਸ ਦੌਰਾਨ ਮੇਰਾ ਪਹਿਲਾ ਨਾਟਕ ਸੀ ਜਿਹੜਾ ਦੀਵਾ ਬਲਦਾ ਰਹੇ, ਅਸੀਂ ਪਲਸ ਮੰਚ ਦੇ ਉੱਤੇ ਰਾਮਪੁਰਾ ਫੂਲ ਖੇਡਿਆ ਸੀ। ਸੋ ਉਸ ਹਿਸਾਬ ਦੇ ਨਾਲ ਅਸੀਂ ਪਲਸ ਮੰਚ ਨਾਲ ਇੱਕ ਉਹਨਾਂ ਦੀ ਪਲਸ ਮੰਚ ਦੀ ਇਕਾਈ ਟੀਮ ਬਣ ਗਏ। ਸੋ ਜਿੱਥੇ ਵੀ ਸਾਡਾ ਪਲਸ ਮੰਚ ਦਾ ਪ੍ਰੋਗਰਾਮ ਹੁੰਦਾ ਸੀ, ਪੰਜਾਬ ਕਲਾ ਮੰਚ ਬੁੱਗੀਪੁਰਾ ਮੋਗਾ ਇੱਕ ਨਾਟਕ ਉੱਥੇ ਆਪਣਾ ਪੇਸ਼ ਕਰਦਾ। ਠੀਕ ਹੈ। ਕਿੰਨਾ ਸਮਾਂ ਤੁਸੀਂ ਪਲਸ ਮੰਚ ਵਿੱਚ ਜਾਂ ਪੰਜਾਬ ਕਲਾ ਮੰਚ ਬੁੱਗੀਪੁਰਾ ਮੋਗਾ 'ਚ ਕੰਮ ਕੀਤਾ? ਦੇਖ ਲਓ ਤੁਸੀਂ 75 ਤੋਂ ਲਾ ਕੇ 92 ਤੱਕ ਮੈਂ ਪਲਸ ਮੰਚ ਦੇ ਨਾਲ ਰਿਹਾ। ਠੀਕ ਹੈ। ਹਾਂਜੀ, ਐਜ਼ ਏ ਐਗਜ਼ੈਕਟਿਵ ਕਮੇਟੀ ਮੈਂਬਰ ਵੀ ਪਲਸ ਮੰਚ ਦਾ ਮੈਂ ਕੰਮ ਕੀਤਾ। ਹਾਂਜੀ। ਉਹਨਾਂ ਟਾਈਮਾਂ ਦੇ ਵਿੱਚ ਉਹ ਦੌਰ ਜਿਹਦਾ ਤੁਸੀਂ ਜ਼ਿਕਰ ਕੀਤਾ ਉਹ ਵੀ ਨਾਲ ਸੀ। ਸੋ ਉਹਨਾਂ ਸਮਿਆਂ ਦੇ ਵਿੱਚ ਮੈਂ ਇੱਕ ਨਾਟਕ ਲਿਖਿਆ ਸੀ ਕਾਲੀਆਂ ਰਾਤਾਂ। ਠੀਕ ਹੈ। ਉਹ ਵੀ ਹਾਂਜੀ, ਉਹ ਵੀ ਪਲਸ ਮੰਚ ਦੀਆਂ ਸਟੇਜਾਂ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਅਸੀਂ ਖੇਡਿਆ। ਠੀਕ ਹੈ। ਇਹ ਇਸੇ ਸਮੇਂ ਦੌਰਾਨ ਹੀ ਤੁਸੀਂ 92 ਤੋਂ ਪਹਿਲਾਂ ਹੀ ਫਿਲਮਾਂ ਵੱਲ ਮੁੜ ਗਏ ਸੀ ਜਾਂ ਫਿਰ ਬਾਅਦ 'ਚ ਮੌਕਾ ਮਿਲਿਆ? ਨਹੀਂ ਜੀ, ਫਿਲਮਾਂ ਦੇ ਵਿੱਚ ਤਾਂ ਜਿਹੜਾ ਮੌਕਾ ਮੈਨੂੰ ਮਿਲਿਆ ਉਹ ਅਰਾਊਂਡ 2009 ਹਾਂਜੀ 8 ਦੇ ਵਿੱਚ ਕੀਤਾ ਸੀ ਜੀ। ਪਹਿਲੀ ਫਿਲਮ ਜਿਹੜੀ ਸ਼ੂਟ ਹੋਈ ਸੀ ਜੱਗ ਜਿਉਂਦਿਆਂ ਦੇ ਮੇਲੇ। ਜਦੋਂ ਮੈਂ ਇੱਥੇ ਆ ਗਿਆ ਸੀ ਆਪਣੇ ਐਡਮਿੰਟਨ ਦੇ ਵਿੱਚ 92 ਦੇ ਵਿੱਚ ਮੈਂ ਐਡਮਿੰਟਨ ਮੂਵ ਹੋਇਆ। ਅੱਛਾ। ਸੋ ਐਡਮਿੰਟਨ ਦੇ ਵਿੱਚ ਵੀ ਆ ਕੇ 92 ਚ ਮੈਂ ਮੂਵ ਹੋਇਆ ਇੱਥੇ। ਸੋ 93 ਦੇ ਵਿੱਚ ਅਸੀਂ ਆਪਣੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਪੰਜਾਬੀ ਹੈਰੀਟੇਜ ਥੀਏਟਰ ਸੁਸਾਇਟੀ ਆਫ ਅਲਬਰਟਾ ਇਹ ਹੋਂਦ ਵਿੱਚ ਲਿਆਂਦੀ ਹੈ। ਠੀਕ ਹੈ ਜੀ। ਸੋ ਉਹਦੇ ਅੰਡਰ ਅਸੀਂ ਬਹੁਤ ਮਤਲਬ ਨਾਟਕ ਇੱਥੇ ਲੋਕਲੀ ਵੀ ਪਰਫਾਰਮ ਕੀਤੇ ਆ, ਕੈਲਗਰੀ, ਵੈਨਕੂਵਰ, ਟੋਰਾਂਟੋ। ਸੋ ਅਸੀਂ ਮਤਲਬ ਟਰੈਵਲ ਕਰਦੇ ਰਹੇ ਨਾਟਕਾਂ ਨਾਲ। ਕਿਹੜੇ ਨਾਟਕ ਤੁਸੀਂ ਉੱਥੇ ਇੰਡੀਆ 'ਚ ਰਹਿੰਦਿਆਂ ਪੰਜਾਬ ਕਲਾ ਮੰਚ ਬੁੱਗੀਪੁਰਾ ਦੇ ਬੈਨਰ ਹੇਠ ਜਾਂ ਪਲਸ ਮੰਚ ਦੇ ਪਲੇਟਫਾਰਮ ਤੇ ਕਿਹੜੇ ਜਿਹੜੇ ਸੀ ਨਾਟਕ ਕੀਤੇ? ਮੁੱਖ ਤੌਰ ਤੇ ਤੁਸੀਂ ਨਾਟਕ ਆਪ ਲਿਖਦੇ ਰਹੇ ਹੋ ਜਾਂ ਫਿਰ ਗੁਰਸ਼ਰਨ ਭਾਜੀ ਦੇ ਨਾਟਕ ਜਾਂ ਆਤਮਜੀਤ ਦੇ ਜਾਂ ਗੁਰਦਿਆਲ ਸਿੰਘ ਫੁੱਲ ਦੇ ਜਾਂ ਫਿਰ ਹੋਰ ਜਿਹੜੇ ਸੀਗੇ ਅਕਾਦਮਿਕ ਸੈਕਸ਼ਨ ਵਿੱਚ ਸੁਰਜੀਤ ਸਿੰਘ ਸੇਠੀ ਹੋਏ ਆ ਜਾਂ ਹੋਰ ਬਹੁਤ ਸਾਰੇ ਏਦਾਂ ਦੇ ਹਰਚਰਨ ਸਿੰਘ ਹੋਏ ਆ, ਗਾਰਗੀ ਹੋਏ, ਉਹਨਾਂ ਦੇ ਨਾਟਕ ਵੀ ਖੇਡਦੇ ਰਹੇ ਹੋ? ਨਹੀਂ ਜੀ, ਗਾਰਗੀ ਦਾ ਤਾਂ ਨਹੀਂ, ਮੈਂ ਉੱਥੇ ਪੰਜਾਬ ਦੇ ਵਿੱਚ ਕੋਈ ਨਾਟਕ ਮੈਂ ਗਾਰਗੀ ਸਾਹਿਬ ਦਾ ਨਹੀਂ ਕਰ ਸਕਿਆ। ਹਾਂ, ਉੱਥੇ ਜਿਹੜੇ ਨਾਟਕ ਸੀ ਉਹ ਗੁਰਸ਼ਰਨ ਭਾਜੀ ਦੇ ਮੇਨਲੀ ਹੁੰਦੇ ਸੀਗੇ ਜੀ।
ਹੂੰ ਤੇ ਨਾਲ ਮੇਰੇ ਆਪਣੇ ਵੀ ਹੁੰਦੇ ਸੀ, ਜਿੱਦਾਂ ਮੇਰਾ ਆਪਣਾ ਨਾਟਕ ਹੈ ਕਾਲੀਆਂ ਰਾਤਾਂ ਸੀ, ਸੂਹੀ ਸਵੇਰ ਸੀ, ਦੀਵਾ ਬਲਦਾ ਰਹੇ। ਇਹ ਨਾਟਕ ਇੱਕ ਕਿਤਾਬ ਦੇ ਰੂਪ ਦੇ ਵਿੱਚ ਵੀ 92 ਦੇ ਵਿੱਚ ਪਬਲਿਸ਼ ਹੋਏ ਆ। ਸੋ ਗੁਰਸ਼ਰਨ ਭਾਜੀ ਦੇ ਮੋਸਟਲੀ ਜਿਹੜੇ ਨਾਟਕ ਆ ਉਹੀ ਅਸੀਂ ਪਿੰਡਾਂ ਦੇ ਵਿੱਚ ਪਰਫਾਰਮ ਕਰਦੇ ਸੀ। ਪੇਂਡੂ ਰੰਗਮੰਚ ਨੂੰ ਭਾਜੀ ਗੁਰਸ਼ਰਨ ਸਿੰਘ ਹੋਰਾਂ ਨੇ ਸਥਾਪਿਤ ਕੀਤਾ, ਉਤਸ਼ਾਹਿਤ ਕੀਤਾ, ਉਹਦੇ ਤੇ ਕੰਮ ਕੀਤਾ, ਬਹੁਤ ਸਾਰੇ ਕਲਾਕਾਰਾਂ ਨੂੰ ਆਪਦੇ ਨਾਲ ਜੋੜਿਆ। ਅੱਜ ਵੀ ਤੁਸੀਂ ਦੇਖੋਗੇ ਕਿ ਪੰਜਾਬ ਵਿੱਚ ਕਿਸਾਨੀ ਅੰਦੋਲਨ ਜਿਹੜਾ ਚੱਲ ਰਿਹਾ ਤੇ ਜਗ੍ਹਾ ਜਗ੍ਹਾ ਜਿੱਥੇ ਕਿਸਾਨ ਧਰਨੇ ਲਾ ਕੇ ਬੈਠੇ ਆ, ਉੱਥੇ ਨਾਟਕ ਹੁੰਦੇ ਆ ਤੇ ਉਹ ਨਾਟਕ ਉਹਨਾਂ 'ਚ ਉਤਸ਼ਾਹ ਭਰਦੇ ਆ। ਕੁਦਰਤੀ ਹੈ ਕਿ ਜਿਸ ਜ਼ਮਾਨੇ 'ਚ ਤੁਸੀਂ ਪੇਂਡੂ ਰੰਗਮੰਚ ਦੇ ਵਿੱਚ ਕੰਮ ਕੀਤਾ, ਉਦੋਂ ਵੀ ਲੋਕਾਂ ਵਿੱਚ ਬਹੁਤ ਵੱਡਾ ਉਤਸ਼ਾਹ ਹੋਊਗਾ। ਤੁਹਾਨੂੰ ਕੀ ਲੱਗਾ ਫਰਕ ਫਿਲਮਾਂ ਵਿੱਚ ਕੰਮ ਕਰਨ ਦਾ ਤੇ ਰੰਗਮੰਚ ਤੇ ਕੰਮ ਕਰਨ ਦਾ? ਟੋਟਲੀ ਡਿਫਰੈਂਟ ਹੈ ਜੀ, ਬਿਲਕੁਲ। ਮੈਂ ਸਮਝਦਾ ਹੁੰਦਾ ਵੀ ਉਹ ਸੰਤੁਸ਼ਟੀ ਥੀਏਟਰ ਦੇ ਆਰਟਿਸਟ ਨੂੰ ਫਿਲਮਾਂ ਦੇ ਵਿੱਚ ਨਹੀਂ ਮਿਲਦੀ ਜਿਹੜੀ ਥੀਏਟਰ ਦੇ ਵਿੱਚ ਮਿਲਦੀ। ਕਿਉਂਕਿ ਥੀਏਟਰ ਦਾ ਜਿਹੜਾ ਕੰਮ ਆ ਸਿੱਧਾ ਸਿੱਧਾ ਬਿਲਕੁਲ ਸਪਸ਼ਟ ਹੈ, ਉਹਦੇ ਵਿੱਚ ਕੋਈ ਕੁਝ ਵੀ ਹਿਡਨ ਨਹੀਂ ਹੈਗਾ। ਜੋ ਵੀ ਸਟੇਜ ਤੇ ਤੁਹਾਨੂੰ ਦਿਸਦਾ ਉਹੀ ਅਸਲੀ ਆ। ਤੁਸੀਂ ਕਰੈਕਟਰ ਕੀਤਾ, ਬਹੁਤ ਵਧੀਆ ਕੀਤਾ, ਤਾੜੀਆਂ ਪੈ ਗਈਆਂ। ਸੋ ਇਹੀ ਮਤਲਬ ਇੱਕ ਆਰਟਿਸਟ ਦੀ ਸੰਤੁਸ਼ਟੀ ਰਾਈਟ ਵੇ, ਮਤਲਬ ਤੁਹਾਨੂੰ ਰਿਸਪੌਂਸ ਮਿਲ ਜਾਂਦਾ ਜਦੋਂ ਤੁਸੀਂ ਦਰਸ਼ਕ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਦੇ ਆ, ਡਾਇਲੌਗ ਬੋਲਦੇ ਆ ਜਾਂ ਇੱਕ ਕਰੈਕਟਰ ਨੂੰ ਨਿਭਾਉਂਦੇ ਆ। ਤੁਹਾਡਾ ਸਿੱਧਾ ਸੰਵਾਦ ਹੁੰਦਾ। ਪਰ ਫਿਲਮਾਂ ਦੇ ਹਾਂਜੀ, ਤੇ ਫਿਲਮਾਂ ਦੇ ਵਿੱਚ ਆਰਟਿਸਟ ਕਿਤੇ ਹੁੰਦਾ, ਦੇਖਣ ਵਾਲਾ ਕਿਤੇ ਹੁੰਦਾ। ਸੋ ਉਹ ਮਤਲਬ ਇੱਕ ਸਕੂਨ ਜਿਹੜਾ ਆਰਟਿਸਟ ਨੂੰ ਮਿਲਦਾ ਉਹ ਰਾਈਟ ਵੇ ਨਹੀਂ ਮਿਲਦਾ। ਉਹ ਜਦੋਂ ਕਦੇ ਮਿਲਦਾ, ਹਾਂਜੀ ਤੁਹਾਡਾ ਉਹ ਰੋਲ ਉਸ ਫਿਲਮ ਵਿੱਚ ਵਧੀਆ ਸੀ ਜੀ, ਠੀਕ ਲੱਗਾ ਜੀ, ਸੋ ਉਹ ਉਦਾਂ ਦਾ ਹੁੰਦਾ। ਸੋ ਇੱਕ ਤਾਂ ਮਤਲਬ ਰਾਈਟ ਵੇ ਤੁਹਾਨੂੰ ਰਿਸਪੌਂਸ ਮਿਲ ਗਿਆ, ਇੱਕ ਉਹ ਤੁਹਾਨੂੰ ਹੌਲੀ 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 ਮਿਲਦਾ ਰਹਿੰਦਾ। ਸੋ ਇਹ ਮਤਲਬ ਇੱਕ ਬਹੁਤ ਵੱਡਾ ਡਿਫਰੈਂਸ ਹੈਗਾ ਥੀਏਟਰ ਦਾ ਤੇ ਫਿਲਮਾਂ ਦਾ। ਤੁਹਾਨੂੰ ਲੱਗਾ ਕਿ ਤੁਸੀਂ ਨਾਟਕਾਂ ਦੇ ਵਿੱਚ ਜਦੋਂ ਰੰਗਮੰਚ 'ਚ ਕੰਮ ਕੀਤਾ ਤੇ ਲੋਕਾਂ ਨਾਲ ਸਿੱਧਾ ਸੰਵਾਦ ਸੀ ਤੇ ਲੋਕਾਂ ਦੇ ਤੁਸੀਂ ਦੁੱਖ ਨੂੰ ਜਾਂ ਲੋਕਾਂ ਦੇ ਤਕਲੀਫਾਂ ਨੂੰ ਮੁੱਖ ਰੱਖਦੇ ਜਿਹੜੇ ਕਿਰਦਾਰ ਨਿਭਾਉਂਦੇ ਸੀਗੇ, ਸੰਵਾਦ ਸੀਗੇ, ਤੁਹਾਡੇ ਡਾਇਲੌਗ ਸੀਗੇ, ਉਹ ਲੋਕਾਂ ਦੇ ਮਨਾਂ ਦੇ ਉੱਤੇ ਸਿੱਧਾ ਅਸਰ ਕਰਦੇ ਸੀ ਔਰ ਉਹਦਾ ਪ੍ਰਭਾਵ ਛੇਤੀ ਪੈਂਦਾ ਸੀ। ਜਿਹੜਾ ਫਿਲਮਾਂ ਦੇ ਵਿੱਚ ਕੰਮ ਕਰਨਾ ਵਾ ਉਹ ਠੀਕ ਹੈ, ਤੁਸੀਂ ਰੰਗਮੰਚ ਦੇ ਪੜਾਅ ਨੂੰ ਅਗਲਾ ਪੜਾਅ ਸਮਝ ਸਕਦੇ ਹੋ, ਆਪਦੀ ਗੱਲ ਨੂੰ ਕਰਨ ਦਾ ਤਰੀਕਾ ਬਦਲ ਲਿਆ ਜਾਂ ਕਹਿ ਲਓ, ਪਰ ਲੋਕਾਂ ਦੇ ਮਨਾਂ ਉੱਤੇ ਤੁਹਾਨੂੰ ਲੱਗਦਾ ਕਿ ਉਸੇ ਤਰੀਕੇ ਨਾਲ ਹੀ ਸਿੱਧਾ ਅਸਰ ਕਰਦਾ, ਡਾਇਰੈਕਟ ਇਫੈਕਟ ਕਰਦੀ ਗੱਲ, ਜਿਸ ਤਰ੍ਹਾਂ ਰੰਗਮੰਚ ਦੇ ਉੱਤੇ ਇੱਕ ਅਦਾਕਾਰ ਦੀ ਗੱਲ ਨੂੰ ਪ੍ਰਭਾਵ ਜਿਹੜੇ ਹੈਗੇ ਆ ਦਰਸ਼ਕ ਕਬੂਲਦੇ, ਉਤੋਂ ਫਿਲਮ ਦਾ ਇਹ ਦਰਸ਼ਕ ਵੀ ਉਸੇ ਤਰ੍ਹਾਂ ਪ੍ਰਭਾਵ ਕਬੂਲਦੇ? ਨਹੀਂ ਜੀ, ਕਿਉਂਕਿ ਜਿੱਥੇ ਤੱਕ ਮੈਂ ਸੋਚਦਾ, ਕਿਉਂਕਿ ਜਿਹੜੀ ਫਿਲਮ ਹੈਗੀ ਆ ਜਾਂ ਤਾਂ ਥੀਏਟਰ ਦੇ ਵਿੱਚ ਦੇਖੀ ਜਾਵੇ, ਫਿਰ ਉਹ ਕਿਸੇ ਹੱਦ ਤੱਕ ਜਿਹੜਾ ਤੁਹਾਡਾ ਦਰਸ਼ਕ ਹੈਗਾ ਉਹਨੂੰ ਤੁਸੀਂ ਕਹਿ ਸਕਦੇ ਆ ਕਿ ਉਹਦੇ ਨਾਲ ਵੱਜਿਆ ਹੋਇਆ। ਜਿਵੇਂ ਮੈਂ ਨਾਟਕ ਦੀ ਗੱਲ ਕਰਾਂ, ਨਾਟਕ ਜਦੋਂ ਦੇਖਣ ਜਾਂਦਾ ਦਰਸ਼ਕ ਉਹ ਸਿਰਫ ਨਾਟਕ ਵਾਸਤੇ ਹੀ ਜਾਂਦਾ, ਤੋ ਉਸ ਨਾਟਕ ਦੇ ਕਿਰਦਾਰਾਂ ਦੇ ਵਿੱਚ ਖੁੱਭ ਕੇ ਬੈਠਦਾ, ਉਹ ਬਿਲਕੁਲ 100% ਉਹਦੀ ਅਟੈਚਮੈਂਟ ਹੁੰਦੀ ਆ। ਈਵਨ ਇੱਥੇ ਵੀ ਜਦੋਂ ਅਸੀਂ ਮਤਲਬ ਇੱਥੇ ਲੋਕਲੀ ਐਡਮਿੰਟਨ ਦੇ ਵਿੱਚ ਵੀ ਅਸੀਂ ਜਦੋਂ ਆਪਣੇ ਥੀਏਟਰ ਦੇ ਪ੍ਰੋਗਰਾਮ ਕਰਦੇ ਆ, ਉਹਦੇ ਵਿੱਚ ਸਾਡੀ ਜਿਹੜੀ ਫਰਸਟ ਅਨਾਉਂਸਮੈਂਟ ਇਹੀ ਹੁੰਦੀ ਹੈ ਵੀ ਪਲੀਜ਼ ਜਿਹੜੇ ਆਪਣੇ ਸੈੱਲ ਫੋਨ ਹੈ ਵੀ ਉਹਨਾਂ ਨੂੰ ਟਰਨ ਆਫ ਕਰ ਲਵੋ। ਉਹਦੇ ਕਿਉਂਕਿ ਅਸੀਂ ਚਾਹੁੰਦੇ ਹੁੰਦੇ ਹਾਂ ਵੀ ਸਾਡਾ ਜਿਹੜਾ ਦਰਸ਼ਕ ਹੈ ਉਹ ਬਿਲਕੁਲ 100% ਸਾਡੇ ਨਾਲ ਅਟੈਚ ਹੋਵੇ। ਫਿਲਮਾਂ ਦੇ ਵਿੱਚ ਹੁਣ ਇਹ ਹੈ ਕਿ ਜੇ ਬੰਦਾ ਘਰੇ ਬੈਠਾ ਫਿਲਮ ਦੇਖ ਰਿਹਾ, ਉਹਦਾ ਅੱਧਾ ਧਿਆਨ ਤੇ ਕਿਸੇ ਹੋਰ ਪਾਸੇ ਆ, ਉਹ ਥੋੜਾ ਜਿਹਾ ਅਟੈਚ ਹੋ ਰਿਹਾ ਟੀਵੀ ਵੱਲ। ਸੋ ਉਹ ਗੱਲ ਜਿਹੜੀ ਐਜ਼ ਏ ਮਤਲਬ ਥੀਏਟਰ ਦਾ ਆਰਟਿਸਟ ਨੂੰ ਬਣਦੀ ਹੈਗੀ ਹੈ, ਐਜ਼ ਏ ਦਰਸ਼ਕ ਸਾਹਮਣੇ ਬੈਠਾ ਤੇ ਗੱਲਾਂ ਬਾਤਾਂ ਕਰ ਰਿਹਾ, ਉਹ ਗੱਲ ਨਹੀਂ ਬਣਦੀ ਹੈ। ਪਰਮਜੀਤ ਜੀ, ਜਿਵੇਂ ਗੁਰਸ਼ਰਨ ਭਾਜੀ ਅਕਸਰ ਸਟੇਜਾਂ ਉੱਤੇ ਕਹਿੰਦੇ ਹੁੰਦੇ ਸੀ ਕਿ ਉਹ ਨਾਟਕ ਕਰਨ ਦਾ ਫਾਇਦਾ ਕੀ ਹੈ ਜੇ ਉਹਦੇ ਵਿੱਚ ਕੋਈ ਸੰਦੇਸ਼ ਨਹੀਂ ਹੈ, ਤੇ ਕੀ ਫਿਲਮਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ? ਨਹੀਂ ਜੀ, ਫਿਲਮ ਦੇ ਵਿੱਚ ਤਾਂ ਇਹ ਹੈ ਜਿਹੜਾ ਕਰੈਕਟਰ ਤੁਹਾਨੂੰ ਦਿੱਤਾ ਹੋਇਆ, ਤੁਹਾਡੀ ਥੋੜੀ ਬਹੁਤੀ ਡਾਇਲੌਗ ਨੂੰ ਚੇਂਜ ਕਰਨ ਵਾਲੀ ਗੱਲ ਉਹ ਤਾਂ ਹੋ ਸਕਦੀ ਹੈ, ਪਰ ਜਿਹੜਾ ਥਾਟ ਪ੍ਰੋਸੈਸ ਹੁੰਦਾ ਉਹ ਤਾਂ ਬਿਲਕੁਲ ਹੀ ਤੁਹਾਡੇ ਵੱਸੋਂ ਬਾਹਰ ਆ। ਕੋਈ ਯਾਦਗਾਰੀ ਨਾਟਕ ਜਿਹੜਾ ਤੁਸੀਂ ਸਮਝਦੇ ਹੋ ਕਿ ਜਦੋਂ ਤੋਂ ਤੁਸੀਂ 72-74 ਤੋਂ ਇਸ ਖੇਤਰ ਦੇ ਵਿੱਚ ਪੈਰ ਰੱਖਿਆ ਔਰ ਉਸ ਦੌਰ ਦੇ ਵਿੱਚ ਵੀ ਤੁਸੀਂ ਬਹੁਤ ਸ਼ਿੱਦਤ ਨਾਲ ਕੰਮ ਕੀਤਾ, ਜਦੋਂ ਘਰੋਂ ਨਿਕਲਣਾ ਹੀ ਔਖਾ ਹੁੰਦਾ ਸੀ,
ਜਦੋਂ ਚਾਰੇ ਪਾਸੇ ਕਾਲੀ ਬੋਲੀ ਹਨੇਰੀ ਚੱਲੀ ਹੋਈ ਸੀ ਔਰ ਚਾਰੇ ਪਾਸੇ ਦਹਿਸ਼ਤ ਪਸਰੀ ਹੋਈ ਸੀ, ਦੋਹਰੀ ਦਹਿਸ਼ਤ। ਹਾਂਜੀ ਉਸ ਦੋਹਰੀ ਦਹਿਸ਼ਤ ਦੇ ਦੌਰਾਨ ਵੀ ਤੁਸੀਂ ਜੁਟੇ ਰਹੇ, ਕੰਮ ਕਰਦੇ ਰਹੇ। ਇਸ ਸਮੇਂ ਦੌਰਾਨ ਕੋਈ ਯਾਦਗਾਰੀ ਅਜਿਹਾ ਨਾਟਕ ਜਾਂ ਅਜਿਹੀ ਘਟਨਾ ਕੋਈ ਜਿਹੜੀ ਤੁਸੀਂ ਅੱਜ ਸਾਂਝੀ ਕਰਨਾ ਜ਼ਰੂਰੀ ਸਮਝਦੇ ਹੋ? ਘਟਨਾ ਤਾਂ ਬਹੁਤ ਨੇ ਜੀ, ਪਰ ਕਿਉਂਕਿ ਸਮੇਂ ਦੇ ਨਾਲ ਉਹ ਫੇਡ ਆਫ ਹੋ ਜਾਂਦੀਆਂ ਹੈਗੀਆਂ, ਪਰ ਉਹਨਾਂ ਦੇ ਵਿੱਚੋਂ ਇੱਕ ਘਟਨਾ ਐਜ਼ ਏ ਦਰਸ਼ਕ ਜਿਹੜੇ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹੈਗਾ, ਉਹ ਇਹ ਸੀ ਕਿ ਬਦਨੀ ਦੇ ਨੇੜੇ ਤੇੜੇ ਇੱਕ ਪਿੰਡ ਦੇ ਵਿੱਚ ਅਸੀਂ ਪ੍ਰੋਗਰਾਮ ਕਰ ਰਹੇ ਸੀ ਡੇ ਟਾਈਮ। ਇਹ ਜਿਹੜੀ ਘਟਨਾ ਹੈਗੀ, ਇਹ ਮਤਲਬ ਕੋਈ ਉਦਾਂ ਦਾ ਮਤਲਬ ਘਟਨਾਗ੍ਰਸਤ ਕਿਰਿਆਕਰਮ ਨਹੀਂ ਹੈਗਾ ਜਿਹੜਾ ਕਿ ਮਤਲਬ ਬਹੁਤ ਕਿਸੇ ਨੂੰ ਪ੍ਰਭਾਵਿਤ ਕਰਤਾ, ਪਰ ਐਜ਼ ਏ ਆਰਟਿਸਟ ਮੈਨੂੰ ਉਹ ਚੀਜ਼ ਬਹੁਤ, ਉਸ ਚੀਜ਼ ਨੇ ਮੈਨੂੰ ਪ੍ਰਭਾਵਿਤ ਕੀਤਾ। ਅਸੀਂ ਨਾਟਕ ਕਰ ਰਹੇ ਸੀ ਕਥਾ ਕੇਰ ਸਿੰਘ ਕਿਸਾਨ ਦੀ। ਕਥਾ ਕੇਰ ਸਿੰਘ ਦੀ, ਹਾਂਜੀ 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 ਹਾਂਜੀ, ਗੁਰਸ਼ਨ ਭਾਜੀ ਦਾ ਨਾਟਕ ਸੀਗਾ। ਸੋ ਉਹਦੇ ਜਿਹੜਾ ਓਪਨਿੰਗ ਸੀਨ ਸੀਗਾ, ਉਹਦੇ ਵਿੱਚ ਮੈਂ ਐਜ਼ ਏ ਕੇਰ ਸਿੰਘ ਕਰੈਕਟਰ ਕਰ ਰਿਹਾ ਸੀ, ਤੇ ਮੇਰੇ ਆਪੋਜਿਟ ਭੈਣ ਜੀ ਮੱਖਣਜੀਤ ਕੌਰ ਜਿਹੜੇ ਕਿ ਟੀਚਰ ਸੀਗੇ, ਉਹ ਕਰ ਰਹੇ ਸੀ ਮੇਰੀ ਵਾਈਫ ਦਾ ਰੋਲ। ਸੋ ਉਹ ਓਪਨਿੰਗ ਸੀਨ ਦੇ ਵਿੱਚ ਉਹ ਬੈਠੇ ਆ ਸਟੇਜ ਦੇ ਉੱਤੇ, ਤੇ ਉਹ ਗਲੋਟੇ ਅਟੇਰਦੇ ਆ। ਤੁਹਾਨੂੰ ਪਤਾ ਹੀ ਆ ਵੀ ਆਪਣੇ ਪੁਰਾਣੇ ਪੰਜਾਬ ਦੇ ਵਿੱਚ ਗਲੋਟਾ ਅਟੇਰਨਾ ਮਤਲਬ ਉਹ ਘਰ ਦਾ ਕੰਮ, ਘਰ ਦੀ ਦਿਖਾਈ ਗਈ, ਹਨਾ। ਉਸ ਤੋਂ ਬਾਅਦ ਜਿਹੜਾ ਬੈਕਗਰਾਉਂਡ ਮਿਊਜ਼ਿਕ ਆ ਉਹ ਚੱਲਦਾ ਹੈਗਾ, ਤੋਂ ਉਹ ਨਾਟਕ ਦੀ ਓਪਨਿੰਗ ਹੁੰਦੀ। ਉਹ ਮੈਂ ਦੇਖਿਆ ਵੀ ਆਡੀਅנס ਮੇਰੀ, ਉਸ ਤੋਂ ਬਾਅਦ ਮਿਊਜ਼ਿਕ ਜਦੋਂ ਖਤਮ ਹੋਣਾ ਸੀ, ਉਦੋਂ ਬਾਅਦ ਮੇਰੀ ਐਂਟਰੀ ਹੋਣੀ ਸੀਗੀ ਸਟੇਜ ਦੇ ਉੱਤੇ ਡਾਇਲੌਗ ਦੇ ਨਾਲ। ਉਹ ਮੈਂ ਸਾਈਡ ਵਿੰਗ ਦੇ ਵਿੱਚੋਂ ਦੇਖ ਰਿਹਾ ਵੀ ਇੱਕ ਲੇਡੀਜ਼ ਮਤਲਬ ਜਨਾਨੀਆਂ ਨੂੰ ਪਾਸੇ ਕਰਦੀ ਸਟੇਜ ਵੱਲ ਵਧੀਆ ਆ ਰਹੀ ਹੈ। ਮੈਂ ਦੇਖਿਆ ਵੀ ਜਿੱਦਾਂ ਆਪਣੇ ਪੰਜਾਬ ਦੇ ਪਿੰਡਾਂ ਦੇ ਵਿੱਚ ਹੁੰਦਾ ਵੀ ਕੋਈ ਰੁਪਈਆ 2 ਰੁਪਈਏ ਇਨਾਮ ਦੇਣ ਵਾਸਤੇ ਬਈ ਉਹ ਆ ਰਹੀ ਹੈ। ਤੋ ਪਾਸ ਕਰਦੀ ਬੁੜੀਆਂ ਨੂੰ, ਤੇ ਉਹ ਸਟੇਜ ਦੀਆਂ ਪੌੜੀਆਂ ਚੜ੍ਹ ਕੇ ਆ ਗਈ। ਪੌੜੀਆਂ ਚੜ੍ਹ ਕੇ ਆ ਕੇ ਤੇ ਭੈਣ ਜੀ ਮੱਖਣ ਜੀ ਦੇ ਹੱਥ ਦੇ ਵਿੱਚ ਜਿਹੜਾ ਆਪਣਾ ਬੋਈਆ ਸੀਗਾ ਗਲੋਟਿਆਂ ਵਾਲਾ, ਉਹ ਖੋਵੇ। ਉਹ ਕਹਿੰਦੀ ਇਹ ਤੁਹਾਡਾ ਕੰਮ ਮੈਂ ਕਰ ਦਿੰਦੀ ਹਾਂ, ਤੁਸੀਂ ਨਾਟਕ ਕਰ ਲਓ। ਕਿਆ ਬਾਤ ਹੈ। ਮਤਲਬ ਵੀ ਏਦਾਂ ਦੀ ਆਡੀਅנס ਵੀ ਸਾਡੇ ਮਤਲਬ ਆਏ ਹੈਗੇ, ਏਦਾਂ ਦੇ ਲੋਕ ਜਿਨ੍ਹਾਂ ਨੂੰ ਮਤਲਬ ਬਿਲਕੁਲ ਹੀ ਪਿੰਡਾਂ ਵਾਲਿਆਂ ਨੂੰ ਵੀ ਇਹ ਵੀ ਨਹੀਂ ਸਮਝ ਹੁੰਦੀ ਸੀ ਵੀ ਨਾਟਕ ਹੈ ਕੀ ਆ ਤੇ ਕਿਹੜੇ। ਉਹ ਦਰਸ਼ਕ ਇਹ ਅਸੈਸ ਨਹੀਂ ਕਰ ਸਕੀ ਕਿ ਇਹ ਜਿਹੜਾ ਗਲੋਟੇ ਉਹ ਬਣਾ ਰਹੀ ਹੈ ਪਾਤਰ, ਇਹ ਨਾਟਕ ਦਾ ਹਿੱਸਾ ਹੀ ਹੈ ਜਾਂ। ਹਾਂਜੀ ਬਹੁਤ ਵਧੀਆ। ਹਾਂਜੀ, ਉਹਨੂੰ ਲੱਗਿਆ ਵੀ ਇਹ ਘਰੋਂ ਆਪਣਾ ਕੰਮ ਚੱਕ ਕੇ ਲਿਆਈ ਆ ਤੇ ਇੱਥੇ ਕਰ ਰਹੀ ਆ। ਬਿਲਕੁਲ। ਤੁਸੀਂ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕੀਤਾ ਜੀ, ਹੁਣ ਤੱਕ ਕਿਹੜੀਆਂ ਫਿਲਮਾਂ ਦੇ ਵਿੱਚ ਤੁਸੀਂ ਕਿਰਦਾਰ ਨਿਭਾ ਸਕੇ ਹੋ? ਹਾਂਜੀ, ਮੇਰੀ ਪਹਿਲੀ ਫਿਲਮ ਸੀ ਜੀ ਹਰਭਜਨ ਮਾਨ ਜੀ ਦੀ ਜਗ ਜਿਉਂਦਿਆਂ ਦੇ ਮੇਲੇ। ਅੱਛਾ ਜੀ, ਉਹਦੀ ਸ਼ੂਟਿੰਗ ਉਹਦੇ ਵਿੱਚ ਮੈਂ ਕੈਨੇਡਾ ਵਿੱਚ ਹੋਈ? ਹਾਂਜੀ ਕੈਨੇਡਾ ਦੇ ਵਿੱਚ। ਉਹ 100% ਤਾਂ ਨਹੀਂ ਕਹਿ ਸਕਦਾ, ਪਰ ਉਹ 80% ਕੈਨੇਡਾ ਦੇ ਵਿੱਚ ਸ਼ੂਟ ਹੋਈ ਵੀ ਸੀ ਫਿਲਮ। ਠੀਕ। ਤੇ ਉਹਦੇ ਵਿੱਚ ਮੈਂ ਉਹਨਾਂ ਦਾ ਜਿਹੜਾ ਮਾਮਾ ਇੱਥੇ ਸਰੀ ਰਹਿੰਦਾ ਹੁੰਦਾ, ਜਿਹਦੇ ਕੋਲ ਉਹ ਆਉਂਦੇ ਆ, ਹਰਭਜਨ ਮਾਨ। ਸੋ ਮੈਂ ਉਹਨਾਂ ਦਾ ਕਰੈਕਟਰ ਨਿਭਾਇਆ ਸੀ। ਉਸ ਤੋਂ ਬਾਅਦ ਇੱਕ ਹਰਭਜਨ ਮਾਨ ਦੀ ਫਿਲਮ ਸੀਗੀ ਯਾਰਾ ਉਹ ਦਿਲਦਾਰਾ। ਸੋ ਉਹਦੇ ਵਿੱਚ ਇੱਕ ਕਰੈਕਟਰ ਕਬੀਰ ਬੇਦੀ ਸਾਹਿਬ ਦੇ ਨਾਲ ਮੈਂ ਨਿਭਾਇਆ ਸੀ। ਵੈਸੇ ਸ਼ੂਟ ਤਾਂ ਉਹਦੇ 3 ਸੀਨ ਹੋਏ ਸੀ, ਪਰ ਫਿਲਮ ਦੇ ਵਿੱਚ ਇੱਕ ਸੀਨ ਹੀ ਲੱਗ ਸਕਿਆ ਸੀ, ਕਿਉਂਕਿ ਕਹਿ ਰਹੇ ਸੀ ਕਿ ਫਿਲਮ ਦੀ ਜਿਹੜੀ ਟਾਈਮਿੰਗ ਆ ਬਹੁਤ ਜ਼ਿਆਦਾ ਹੋ ਗਈ ਹੈ। ਉਸ ਤੋਂ ਬਾਅਦ ਗਿੱਪੀ ਗਰੇਵਾਲ ਦੀ ਇੱਕ ਮਿਰਜ਼ਾ ਅਨਟੋਲਡ ਸਟੋਰੀ ਜਾਂ ਮਿਰਜ਼ਾ, ਜਿਹੜੀ ਕਿ ਬਲਜੀਤ ਭਾਜੀ ਨੇ ਹੀ ਬਣਾਈ ਸੀਗੀ, ਉਹਨਾਂ ਦੀ ਡਾਇਰੈਕਸ਼ਨ ਦੇ ਵਿੱਚ ਹੀ ਹੋਈ ਸੀਗੀ। ਸੋ ਉਹਨਾਂ ਦੇ ਡੈਡੀ ਦਾ ਰੋਲ ਜਿਹੜਾ ਉਹ ਮੈਂ ਕੀਤਾ ਸੀ। ਉਸ ਤੋਂ ਬਾਅਦ ਜਿਮੀ ਸ਼ੇਰਗਿੱਲ ਦੀ ਫਿਲਮ ਸੀਗੀ ਜਿੰਦੂਆ। ਉਹਦੇ ਵਿੱਚ ਇੱਕ ਮਿਊਜ਼ਿਕ ਕੰਪਨੀ ਦੇ ਓਨਰ ਦਾ ਜਿਹੜਾ ਕੰਮ ਹੈ ਮੈਂ ਉਹ ਕੀਤਾ ਸੀ, ਜਿੱਥੇ ਟਰਨਿੰਗ ਪੁਆਇੰਟ ਨੀਰੂ ਬਾਜਵਾ ਟਰਨ ਹੁੰਦੀ ਆ। ਵਾਇਸ ਆਫ ਇੰਡੀਆ ਨੂੰ ਬੜਾ ਮਾਣ ਹੈ ਜੀ ਤੁਹਾਡੇ ਤੇ ਕਿ ਤੁਸੀਂ ਇੱਕ ਬਹੁਤ ਵੱਡੇ ਕਲਾਕਾਰ ਦੇ ਤੌਰ ਤੇ ਸ਼ੁਰੂ ਤੋਂ ਹੀ ਕੰਮ ਕੀਤਾ, ਪਹਿਲਾਂ ਰੰਗਮੰਚ ਵਿੱਚ ਤੇ ਫਿਰ ਫਿਲਮਾਂ ਵਿੱਚ। ਰੰਗਮੰਚ ਤੇ ਫਿਲਮਾਂ ਵਿੱਚ ਤੁਸੀਂ ਸਾਈਮਲਟੇਨਸਲੀ ਕੰਮ ਕਰਦੇ ਰਹੇ ਹੋ ਕਿ ਰੰਗਮੰਚ ਵਾਲਾ ਚੈਪਟਰ ਕਲੋਜ਼ ਹੋ ਗਿਆ? ਨਹੀਂ ਜੀ, ਰੰਗਮੰਚ ਵਾਲਾ ਚੈਪਟਰ ਨਹੀਂ ਜੀ ਕਲੋਜ਼ ਹੋ ਸਕਦਾ, ਕਿਉਂਕਿ ਜਿਹੜਾ ਸਕੂਨ ਰੰਗਮੰਚ ਨਾਲ ਮਿਲਦਾ ਉਹ ਫਿਲਮਾਂ ਦੇ ਵਿੱਚ ਨਹੀਂ ਮਿਲਦਾ। ਇਹ ਮੇਰਾ ਮਤਲਬ ਆਪਣਾ ਓਨੈਸਟਲੀ ਮਤਲਬ ਜਵਾਬ ਹੈ।
ਜਿਵੇਂ ਤੁਸੀਂ ਉਹ ਬਧਨੀ ਕਲਾਂ ਦੀ ਘਟਨਾ ਦੱਸੀ ਹੈ, ਜਿੱਥੇ ਨਾਟਕ ਦੇ ਵਿੱਚ ਦਰਸ਼ਕ ਵੱਲੋਂ ਇਸ ਤਰੀਕੇ ਦੀ ਅਪਰੋਚ ਕੀਤੀ ਗਈ ਕਿ ਉਹ ਪਾਤਰ ਦੇ ਹੱਥੋਂ ਗਲੋਟਿਆਂ ਵਾਲਾ ਚਿੱਕੂ ਜਿਹੜਾ ਸੀ ਉਹ ਖੋਹ ਕੇ ਇਹ ਕਹਿਣਾ ਚਾਹੁੰਦੀ ਸੀ ਕਿ ਤੁਸੀਂ ਨਾਟਕ ਕਰੋ, ਸਾਨੂੰ ਨਾਟਕ ਚੰਗਾ ਲੱਗਦਾ, ਇਹ ਕੰਮ ਤੁਹਾਡਾ ਮੈਂ ਕਰ ਦੇਣੀ। ਕੋਈ ਫਿਲਮਾਂ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਕਿਰਦਾਰ ਤੁਹਾਨੂੰ ਕਰਨ ਦਾ ਮੌਕਾ ਮਿਲਿਆ ਜਿਹਦੇ ਵਿੱਚ ਤੁਹਾਨੂੰ ਲੱਗਦਾ ਸੀਗਾ ਕਿ ਇਹ ਦਰਸ਼ਕਾਂ ਦੇ ਮਨਾਂ ਵਿੱਚ ਸਿੱਧਾ ਅਸਰ ਕਰੂਗਾ, ਸਿੱਧਾ ਪ੍ਰਭਾਵ ਪਾਊ? ਨਹੀਂ ਜੀ, ਅਜੇ ਤੱਕ ਮੈਨੂੰ ਉਹ ਓਪਰਚੁਨਿਟੀ ਨਹੀਂ ਮਿਲੀ ਹੈ ਜੀ। ਕੋਈ ਕੋਈ ਤਸੱਲੀ ਬਖਸ਼ ਕਿਰਦਾਰ ਜਿਹੜਾ ਤੁਹਾਨੂੰ ਲੱਗਦਾ ਕਿ ਤੁਸੀਂ ਇੰਨੀਆਂ ਫਿਲਮਾਂ 'ਚ ਕੰਮ ਕੀਤਾ ਤੇ ਆਪਦੇ ਕਿਰਦਾਰ ਨਾਲ ਇਨਸਾਫ ਕਰਨ ਦੀ ਗੱਲ, ਉਸ ਪਾਤਰ ਨਾਲ ਤੁਸੀਂ ਪਾਤਰ ਦਾ ਕਿਰਦਾਰ ਜਿਹੜਾ ਨਿਭਾਇਆ ਤੁਸੀਂ, ਤੁਹਾਨੂੰ ਲੱਗਦਾ ਕਿ ਮੇਰੇ ਲਈ ਇਹ ਸੰਤੁਸ਼ਟੀ ਵਾਲੀ ਗੱਲ ਹੈ? ਨਹੀਂ ਜੀ, ਅਜੇ ਤੱਕ ਮੈਨੂੰ ਇਦਾਂ ਦੀ ਕੋਈ ਵੀ ਓਪਰਚੁਨਿਟੀ ਨਹੀਂ ਮਿਲੀ ਹੈਗੀ, ਕਿਉਂਕਿ ਮੈਨੂੰ ਕਦੇ ਕਦੇ ਮਹਿਸੂਸ ਹੁੰਦਾ ਵੀ ਜੇ ਮੈਂ ਇੰਡੀਆ ਦੇ ਵਿੱਚ ਹੁੰਦਾ ਤੇ ਹੋ ਸਕਦਾ ਸੀ ਮੈਨੂੰ ਮੇਰੀ ਮਰਜ਼ੀ ਦਾ ਕੋਈ ਉੱਦਾਂ ਦਾ ਕਰੈਕਟਰ ਜਿੱਦਾਂ ਦਾ ਮੈਂ ਕਰਨਾ ਚਾਹੁੰਦਾ ਮਿਲ ਸਕਦਾ। ਪਰ ਇੱਥੇ ਕੈਨੇਡਾ ਦੇ ਵਿੱਚ, ਕਿਉਂਕਿ ਕੈਨੇਡਾ ਦਾ ਤੇ ਇੰਡੀਆ ਦਾ ਫਰਕ ਬਹੁਤ ਹੈਗਾ। ਜਿਵੇਂ ਫਿਲਮਾਂ ਵਾਲੇ ਜੀ ਉੱਥੇ ਗੱਲ ਕਰਦੇ ਜੀ ਤੁਸੀਂ ਇੱਥੇ ਆ ਜਾਓ, ਆਪਾਂ ਇੱਥੇ ਗੱਲ ਕਰ ਲਾਂਗੇ, ਆਪਾਂ ਐਂ ਕਰ ਲਾਂਗੇ ਜੀ, ਉਹ ਮੇਰੇ ਇੱਕ ਹਿਆਨ ਜਿਹਾ ਨਹੀਂ ਪੈਂਦਾ, ਮਤਲਬ ਇੱਥੇ ਕੈਨੇਡਾ ਛੱਡ ਕੇ ਜਾ ਕੇ ਇੰਡੀਆ ਦੇ ਵਿੱਚ ਕੰਮ ਕਰਨ ਦਾ। ਸੋ ਇਸ ਕਰਕੇ ਮੈਨੂੰ ਅਜੇ ਤੱਕ ਉਹ ਓਪਰਚੁਨਿਟੀ ਨਹੀਂ ਮਿਲੀ ਜਿੱਦਾਂ ਦੀ ਮੈਂ ਮਤਲਬ ਚਾਹੁੰਦਾ ਕਿ ਜਿੱਦਾਂ ਦਾ ਮੈਂ ਕਰੈਕਟਰ ਕਰ ਸਕਦਾ। ਹੋਰ ਬਹੁਤ ਕੁਝ ਕਰ ਸਕਦੇ ਹੋ, ਇਸ ਗੱਲ ਦੀ ਸਮਰੱਥਾ ਹੈਗੀ, ਪਰ ਮੌਕਾ ਨਹੀਂ ਮਿਲਦਾ। ਬਿਲਕੁਲ ਜੀ। ਇਹ ਤੁਸੀਂ ਪਹਿਲੇ ਪਾਰਟ ਦੇ ਵਿੱਚ ਜ਼ਿਕਰ ਕੀਤਾ ਸੀ ਕਿਸੇ ਨਾਟਕ ਸਕ੍ਰਿਪਟ ਦੀ ਗੱਲ। ਕੋਈ ਨਾਟਕ ਸਕ੍ਰਿਪਟ ਤੁਸੀਂ ਲਿਖੀ ਹੈ ਜਾਂ ਫਿਲਮ ਸਕ੍ਰਿਪਟ ਲਿਖੀ, ਕਿਸੇ ਫਿਲਮ ਦੇ ਸੰਵਾਦ ਲਿਖਣ ਦਾ ਮੌਕਾ ਮਿਲਿਆ? ਨਹੀਂ ਜੀ, ਮੈਂ ਅਜੇ ਤੱਕ ਬੁੱਕ ਦੇ ਰੂਪ ਦੇ ਵਿੱਚ ਮੈਂ ਆਪਣੇ 3 ਨਾਟਕ ਮੇਰੇ ਆਏ ਸੀਗੇ, ਜਿਹਦੇ ਚ ਦੀਵਾ ਬਲਦਾ ਰਹੇ, ਕਾਲੀਆਂ ਰਾਤਾਂ ਤੇ ਸੂਹੀ ਸਵੇਰ। ਇਹ 1992 ਦੇ ਵਿੱਚ ਪਲਸ ਮੰਚ ਦੀ ਸਟੇਜ ਤੋਂ ਕਿਤਾਬ ਰਿਲੀਜ਼ ਹੋਈ ਸੀ ਜੀ, ਕਾਲੀਆਂ ਰਾਤਾਂ ਦੇ ਨਾਂ ਹੇਠ। ਤੇ ਉਸ ਤੋਂ ਬਾਅਦ ਇੱਕ ਨਾਟਕ ਮੈਂ ਇੱਥੇ ਆ ਕੇ 2002 ਦੇ ਵਿੱਚ ਲਿਖਿਆ ਸੀਗਾ, ਮੇਰਾ ਘਰ ਮੇਰੀ ਕਹਾਣੀ, ਜਿਹੜਾ ਕਿ ਅਸੀਂ ਵੈਨਕੂਵਰ, ਟੋਰਾਂਟੋ, ਕੈਲਗਰੀ ਬਹੁਤ ਮਤਲਬ ਵਧੀਆ ਢੰਗ ਦੇ ਨਾਲ ਖੇਡਿਆ ਸੀ। ਤੇ ਮਿਊਜ਼ਿਕ ਵੇਵ ਨੇ ਉਸ ਦੀ ਜਿਹੜੀ CD ਆ ਉਹ ਸਟੇਜ ਨੂੰ ਉਦਾਂ ਹੀ ਰਿਕਾਰਡ ਕਰਕੇ 3 ਕੈਮਰਿਆਂ ਦੇ ਨਾਲ ਆਈ ਥਿੰਕ 2003 ਦੇ ਵਿੱਚ ਉਹ ਰਿਲੀਜ਼ ਕੀਤੀ ਸੀਗੀ, ਮੇਰਾ ਘਰ ਮੇਰੀ ਕਹਾਣੀ। ਰੰਗਮੰਚ ਦੀਆਂ ਸਰਗਰਮੀਆਂ ਐਡਮਿੰਟਨ ਵਿੱਚ ਕਿਸ ਤਰ੍ਹਾਂ ਦੀਆਂ ਰਹੀਆਂ ਤੁਹਾਡੀਆਂ? ਹੁਣ ਕੋਈ ਚੱਲ ਰਹੀਆਂ ਅੱਜ ਕੱਲ? ਨਹੀਂ ਜੀ, ਕਿਉਂਕਿ ਜਿੱਦਾਂ ਦਾ ਕੋਵਿਡ ਦਾ ਮਾਹੌਲ ਹੈਗਾ, ਅਸੀਂ ਮਤਲਬ ਮੋਸਟਲੀ ਸਾਡਾ ਇਹ ਹੁੰਦਾ, ਅਸੀਂ ਸਾਲ ਦੇ 2 ਬਿਗ ਪ੍ਰੋਡਕਸ਼ਨ ਜਿਹੜੀਆਂ ਅਸੀਂ ਉਹ ਕਰਦੇ ਹਾਂ ਸਟੇਜ ਦੇ ਉੱਤੇ। ਪਹਿਲੀ ਹੁੰਦੀ ਆ ਮਾਰਚ ਅਪ੍ਰੈਲ ਦੇ ਵਿੱਚ, ਦੂਸਰੀ ਹੁੰਦੀ ਆ ਅਕਤੂਬਰ ਦੇ ਵਿੱਚ। ਠੀਕ ਹੈ। ਪਿਛਲੇ ਸਾਲ ਵੀ ਜਦੋਂ ਅਸੀਂ ਮਤਲਬ ਅਕਤੂਬਰ ਦੇ ਵਿੱਚ ਉਹ ਵੀ ਪਰਫਾਰਮੈਂਸ ਨਹੀਂ ਹੋ ਸਕੀ, ਮਾਰਚ ਵਾਲੀ ਵੀ ਨਹੀਂ ਹੋ ਸਕੀ। ਸੋ ਐਤਕੀ ਵੀ ਸਾਲ ਉਦਾਂ ਹੀ ਜਾ ਰਿਹਾ। ਸੋ ਆ 2 ਸਾਲ ਹੋ ਗਏ, ਮਤਲਬ ਅਸੀਂ ਕੁਝ ਨਹੀਂ ਕਰ ਸਕਦੇ। ਉਂਝ ਤਾਂ ਇੱਕ ਕਲਾਕਾਰ ਦੀ ਜ਼ਿੰਦਗੀ ਜਿਹੜੀ ਜੀ ਉਹ ਖੁੱਲੀ ਕਿਤਾਬ ਹੁੰਦੀ ਹੈ, ਉਹਦੇ ਤੋਂ ਕੋਈ ਵੀ ਕੁਝ ਪੜ੍ਹ ਸਕਦਾ। ਇੱਕ ਨਿੱਜੀ ਜਿਹੇ ਸਵਾਲ, ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਵਾਲਾ ਸ਼ੌਕ ਕਿਸੇ ਪਰਿਵਾਰ ਦੇ ਵੱਡੇ ਜੀਅ ਨੂੰ ਸੀ ਪਹਿਲਾਂ? ਨਹੀਂ ਜੀ, ਬਿਲਕੁਲ ਨਹੀਂ, ਕਿਉਂਕਿ ਜ਼ਿਮੀਦਾਰ ਫੈਮਿਲੀ ਨੂੰ ਬਿਲੋਂਗ ਕਰਦਾ ਹਾਂ। ਤੇ ਬਾਪੂ ਜੀ ਤਾਂ ਇਸ ਮਤਲਬ ਮੇਰੇ ਐਕਟਿੰਗ ਵਾਲੇ ਪਾਰਟ ਦੇ ਵਿੱਚ ਬਿਲਕੁਲ ਹੀ ਅਗੇਂਸਟ ਹੁੰਦੇ ਸੀ। ਮੈਨੂੰ ਮਰਾਸੀ ਕਹਿੰਦੇ ਹੁੰਦੇ ਸੀ ਉਹ। ਤੋ ਉਹਨੂੰ ਕਹਿਣਾ ਵੀ ਕੀ ਤੂੰ ਮਰਾਸੀਆਂ ਵਾਲਾ ਕੰਮ ਪੜਿਆ, ਬਈ ਤੈਨੂੰ ਕੀ ਮਿਲਦਾ ਇਹਦੇ ਵਿੱਚੋਂ ਕੀ। ਸੋ ਇਹ ਮੇਰੀ ਇੱਕ ਆਪਣੀ ਖੁਸ਼ੀ ਦੇ ਵਾਸਤੇ ਮੈਂ ਇਹ ਸਭ ਕਰਦਾ ਸੀ, ਪਰ ਮੇਰੀ ਫੈਮਿਲੀ ਦੇ ਵਿੱਚ ਕੋਈ ਏਦਾਂ ਦਾ ਨਹੀਂ ਸੀ। ਬਿਲਕੁਲ। ਤੁਸੀਂ ਕਿਤੇ ਇਹ ਲੋਕ ਇਸ ਦਾ ਵਿੱਚ ਮਰਾਸੀ ਦਾ ਰੋਲ ਤਾਂ ਨਹੀਂ ਕੀਤਾ ਸੀ? ਬਿਲਕੁਲ ਜੀ, ਤਾਂ ਹੀ ਫਿਰ ਵੱਡੇ ਮਰਾਸੀ ਦਾ। ਤਾਂ ਹੀ ਫਿਰ ਉਹ ਜੁੜ ਗਈ ਗੱਲ ਤੁਹਾਡੇ ਨਾਲ। ਅੱਛਾ, ਹੁਣ ਪਰਿਵਾਰ ਦੇ ਜੀਅ ਜਿਹੜੇ ਆ ਤੁਹਾਡੇ, ਉਹ ਇਸ ਗੱਲ ਤੇ ਮਾਣ ਪੂਰਾ ਕਰਦੇ ਹੋਣਗੇ ਜਿੱਦਾਂ ਮੈਂ ਮਾਣ ਕਰ ਰਿਹਾ, ਤੁਹਾਡੇ ਵਾਈਫ, ਤੁਹਾਡੇ ਬੱਚੇ ਪੂਰਾ ਮਾਣ ਮਹਿਸੂਸ ਕਰਦੇ ਹੋਣਗੇ ਕਿ ਪਰਮਜੀਤ ਗਿੱਲ ਨੇ ਰੰਗਮੰਚ ਵਿੱਚ ਕੰਮ ਕਰਦਿਆਂ ਬਹੁਤ ਵੱਡਾ ਮੁਕਾਮ ਹਾਸਲ ਕੀਤਾ, ਫਿਰ ਫਿਲਮਾਂ ਵਿੱਚ ਵੀ ਕੰਮ ਕੀਤਾ। ਉਹਨਾਂ ਨੂੰ ਵੀ ਕੋਈ ਚੇਟਕ ਲੱਗੀ ਪਰਿਵਾਰ ਦੇ ਹੋਰਾਂ ਜੀਆਂ ਨੂੰ? ਨਹੀਂ ਜੀ, ਬਿਲਕੁਲ ਨਹੀਂ, ਕਿਉਂਕਿ ਜਿਹੜੇ ਹਿਸਾਬ ਨਾਲ ਸਟਰਗਲ ਮੈਂ ਕੀਤੀ ਆ, ਸੋ ਮੈਨੂੰ ਨਹੀਂ ਲੱਗਦਾ ਕਿ ਬੱਚੇ ਜਿਹੜੇ ਇੱਥੋਂ ਦੇ ਜੰਮ ਪਹਿਲਾਂ ਹੈਗੇ ਆ ਵੀ ਉਹ ਇੰਨੀ ਸਟਰਗਲ ਕਰ ਸਕਦੇ ਹੈਗੇ ਆ। ਸੋ ਜਦ ਵੀ ਮੈਂ ਬੇਟੇ ਨੂੰ ਤੇ ਬੇਟੀ ਨੂੰ ਪੁੱਛਦਾ ਵੀ ਕੋਈ ਰੋਲ ਕਰਨ ਵਾਸਤੇ, ਜਾਂ ਉਹ ਸਿੱਧਾ ਸਾਫ਼ ਹੀ ਨਾ ਹੁੰਦੀ ਉਹਨਾਂ ਦੀ ਵੀ ਨਹੀਂ। ਤੁਹਾਨੂੰ ਨਹੀਂ ਕਹਿੰਦੇ ਵੀ ਛੱਡੋ ਪਰਾਂ, ਹੁਣ ਬਥੇਰਾ ਹੋ ਗਿਆ? ਨਹੀਂ, ਉਹ ਇਸ ਗੱਲ ਤੇ ਤਾਂ ਨਹੀਂ ਆਏ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਪਾਪਾ ਦਾ ਇਹ ਮਤਲਬ ਸ਼ੌਕ ਹੈ, ਸੋ ਇਹਨੂੰ ਉਹ ਮਤਲਬ ਕਰਨਗੇ।
ਠੀਕ ਹੈ। ਸੋ ਤੁਸੀਂ ਵਾਈਫ ਹੁਣ ਨੇ ਮੈਨੂੰ ਆਲਵੇਜ਼ ਸਪੋਰਟ ਕੀਤਾ ਹੈਗਾ। ਸੋ ਤੁਸੀਂ ਇੱਕ ਪ੍ਰੋਫੈਸ਼ਨ ਜਿਹੋ ਜਿਹਾ ਤੁਹਾਡਾ ਹੈਗਾ, ਰੀਅਲ estate ਨਾਲ ਤੁਹਾਡਾ ਸੰਬੰਧ ਹੈ। ਰੀਅਲ estate ਦੇ ਵਿੱਚ ਬਹੁਤ ਸਾਰੇ ਲੋਕਾਂ ਨਾਲ ਵਾਹ ਵਾਸਤਾ ਪੈਂਦਾ ਹੈ। ਕੋਈ ਘਰ ਖਰੀਦਣਾ ਚਾਹੁੰਦਾ, ਕੋਈ ਘਰ ਵੇਚਣਾ ਚਾਹੁੰਦਾ ਹੈ। ਤੁਹਾਨੂੰ ਕੁਝ ਲੋਕੀ ਪਸੰਦ ਕਰਦੇ ਹੋਣਗੇ ਕਿ ਇਹ ਉਹ ਕਲਾਕਾਰ ਆ ਜਿਹਨੂੰ ਅਸੀਂ ਜੱਗ ਜਿਉਂਦਿਆਂ ਦੇ ਮੇਲੇ ਵਿੱਚ ਦੇਖਿਆ ਸੀ, ਜਾਂ ਮਿਰਜ਼ਾ ਵਾਲੀ ਜਿਹੜੀ ਪਿਕਚਰ ਤੁਸੀਂ ਦੱਸਦੇ ਹੋ ਗਿੱਪੀ ਗਰੇਵਾਲ ਵਾਲੀ, ਉਹਦੇ ਵਿੱਚ ਵੇਖਿਆ ਸੀ। ਕਦੀ ਪਛਾਣਦੇ ਹੋਣਗੇ? ਨਹੀਂ, ਬਿਲਕੁਲ ਪਛਾਣਦੇ ਆ ਜੀ। ਕਿਉਂਕਿ ਜਿਹੜੇ ਮਤਲਬ ਮੈਂ ਕਹਾਂ ਮੇਰੀ ਏਜ ਦੇ ਜਿਹੜੇ ਹੈਗੇ ਆ, ਹੂੰ, ਜਿਹੜੇ ਮਤਲਬ ਥੋੜੇ ਜਿਹੇ ਮੈਚੁਰ ਹੋਏ ਵੇ ਆ ਏਜ ਦੇ ਵਿੱਚ, ਉਹ ਹੂੰ, ਬਿਲਕੁਲ ਪਛਾਣਦੇ ਹੈਗੇ ਆ। ਬੱਚੇ ਕਈ ਵਾਰੀ ਉਹਨਾਂ ਨੂੰ ਯਾਦ ਕਰਾਉਣਾ ਪੈਂਦਾ ਵੀ ਉਹਨਾਂ ਨੂੰ ਆਪਾਂ ਆਹ ਫਿਲਮ, ਕਿਉਂਕਿ ਉਹ ਫਿਲਮਾਂ ਕਾਫੀ ਪੁਰਾਣੀਆਂ ਹੋ ਗਈਆਂ। ਬੱਚੇ ਆ ਹੁਣ ਜਿਹੜੇ, ਉਹ ਬੱਚਿਆਂ ਤੋਂ ਗਾਂਹ ਮਤਲਬ ਯੰਗ ਹੋਏ ਵੇ ਆ, ਗਾਂਹ ਉਹਨਾਂ ਦੇ ਵੀ ਬੱਚੇ ਹੋਏ ਵੇ ਆ, ਰਾਈਟ। ਹੂੰ, ਜੇ ਹੁਣ 2009 ਦੀ ਗੱਲ ਕਰਦੇ ਆ, ਸੋ ਆਲਮੋਸਟ 8-9 ਸਾਲ ਹੋ ਗਏ। 8-9 ਸਾਲ ਬੱਚੇ ਵਾਸਤੇ ਕਾਫੀ ਹੁੰਦੇ ਆ ਆਪਣੀ ਮੈਮਰੀ ਨੂੰ। ਪਰ ਉਹ ਯਾਦ ਮੈਨੂੰ ਐਜ਼ ਏ ਮਤਲਬ ਡਰਾਮੇ ਵਾਲਾ ਅੰਕਲ ਕਹਿ ਕੇ ਮੈਨੂੰ ਯਾਦ ਕਰਦਾ ਮੇਰਾ ਜਿਹੜਾ ਐਡਮਿੰਟਨ ਦਾ ਸਰਕਲ ਹੈਗਾ। ਠੀਕ। ਕਿਉਂਕਿ ਅਸੀਂ ਆਲਵੇਜ਼ ਡਰਾਮੇ ਕਰਕੇ ਹੀ ਮੈਂ ਮਤਲਬ ਜਾਣਿਆ ਜਾਂਦਾ ਤੁਹਾਡੀ ਐਡਮਿੰਟਨ ਦੇ ਵਿੱਚ। ਪਛਾਣ ਮੇਰੀ ਓਨੀ ਮਤਲਬ ਨਹੀਂ ਪਛਾਣ ਹੈਗੀ, ਪਰ ਜੇ ਆਪਣੇ ਐਡਮਿੰਟਨ ਦੇ ਵਿੱਚ ਮੇਰੀ ਪਛਾਣ ਹੈਗੀ ਆ, ਉਹ ਡਰਾਮੇ ਵਾਲਾ ਪਰਮਜੀਤ ਕਰਕੇ ਹੀ ਹੈ ਜੀ। ਬਹੁਤ ਖੂਬ, ਬਹੁਤ ਬਹੁਤ ਚੰਗਾ ਲੱਗਾ ਜੀ। ਪਰਮਜੀਤ ਜੀ, ਇੱਕ ਮੈਂ ਗੱਲ ਤੁਹਾਡੇ ਕੋਲੋਂ ਪੁੱਛਣੀ ਚਾਹੁੰਦਾ ਕਿ ਇਹਨਾਂ ਦਿਨਾਂ ਦੇ ਵਿੱਚ ਹੁਣ ਕੋਵਿਡ ਕਰਕੇ ਤਾਂ ਸਾਰੇ ਸਮਝਦੇ ਅਸੀਂ ਕਿ ਬਹੁਤੀਆਂ ਵੱਡੀਆਂ ਸਰਗਰਮੀਆਂ ਜਿਹੜੀਆਂ ਉਹ ਨਹੀਂ ਹੋ ਰਹੀਆਂ ਜਾਂ ਨਹੀਂ ਕੀਤੀਆਂ ਜਾ ਰਹੀਆਂ, ਜਾਂ ਉਹ ਅਸੀਂ ਹੌਸਲਾ ਹੀ ਨਹੀਂ ਕਰ ਪਾਉਂਦੇ, ਹਿਆਂ ਹੀ ਨਹੀਂ ਕਰ ਪਾਉਂਦੇ। ਪਰ ਫਿਰ ਵੀ ਕੋਈ ਕੋਵਿਡ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਕੋਲ ਕੋਈ, ਤੁਹਾਡੇ ਹੱਥ ਵਿੱਚ ਇਸ ਤਰੀਕੇ ਦਾ ਕੋਈ ਪ੍ਰੋਜੈਕਟ ਸੀ, ਨਾਟਕ ਦਾ ਜਾਂ ਫਿਲਮਾਂ ਦਾ? ਨਹੀਂ, ਬਿਲਕੁਲ ਸੀਗਾ ਜੀ। ਕਿਉਂਕਿ ਅਸੀਂ ਲਾਸਟ ਈਅਰ ਅਕਤੂਬਰ ਦੇ ਵਿੱਚ ਨਾਟਕ ਕਰਨਾ ਸੀ, ਉਹ ਨਹੀਂ ਹੋ ਸਕਿਆ ਕਿਉਂਕਿ ਕੋਵਿਡ ਕਰਕੇ। ਐਤਕੀ ਫਿਰ ਮਾਰਚ ਦੇ ਵਿੱਚ 31 ਮਾਰਚ ਦਾ ਅਸੀਂ ਮਤਲਬ ਥੀਏਟਰ ਬੁੱਕ ਕੀਤਾ ਹੋਇਆ ਸੀਗਾ। ਜਦੋਂ ਥੀਏਟਰ ਵਾਲਿਆਂ ਨੂੰ 2 ਮਹੀਨੇ ਪਹਿਲਾਂ ਫੋਨ ਕਰਕੇ ਮਾਰਚ ਤੋਂ ਪੁੱਛਿਆ ਵੀ ਤੁਹਾਡੀ ਕੀ ਹੈਗੇ, ਮਤਲਬ ਕਿੰਨੇ ਕੁ ਬੰਦੇ ਤੁਸੀਂ ਅਲਾਉ ਕਰਦੇ ਆ। ਸੋ ਉਹਨਾਂ ਦਾ ਸਿੱਧਾ ਜਵਾਬ ਸੀ 50 ਬੰਦੇ ਸੀ ਟੋਟਲ ਪਾਰਟਿਸਪੈਂਟ ਪਾ ਕੇ ਅਲਾਉ ਕਰਦੇ ਆ। ਸੋ 50 ਬੰਦੇ ਨਾਟਕ ਵਾਸਤੇ ਤਾਂ ਕੁਝ ਵੀ ਨਹੀਂ ਹੈਗੇ, ਕਿਉਂਕਿ 20 ਤਾਂ ਸਾਡੇ ਪਾਰਟਿਸਪੈਂਟ ਹੀ ਹੋ ਜਾਂਦੇ ਆ। ਫਿਰ 30 ਬੰਦਿਆਂ ਵਾਸਤੇ ਨਾਟਕ ਦਾ ਮਤਲਬ ਕਿਸੇ ਕਿਸੇ ਸੰਭਵ ਕਿਸੇ ਨਹੀਂ। ਫਿਲਮ ਦੇ ਲਈ ਹਰਭਜਨ ਮਾਨ ਨਾਲ ਜਾਂ ਗਿੱਪੀ ਨਾਲ ਗੱਲ ਚੱਲਦੀ ਹੋਵੇ ਤੁਹਾਡੀ, ਗਿੱਪੀ ਗਰੇਵਾਲ ਨਾਲ? ਨਹੀਂ, ਐਤਕੀ ਮੈਂ ਜਿੱਦਾਂ ਫਰਵਰੀ ਦੇ ਵਿੱਚ ਮੈਂ ਇੰਡੀਆ ਗਿਆ ਸੀ, ਉੱਥੇ 2 ਫਿਲਮਾਂ ਮਤਲਬ ਸੀਗੀਆਂ ਲਾਈਨਅਪ ਹੋਈਆਂ ਹੋਈਆਂ, ਜਿਨ੍ਹਾਂ ਦੇ ਵਿੱਚ ਐਜ਼ ਐਕਟਰ ਮੈਂ ਕੰਮ ਕਰ ਰਿਹਾ ਸੀ। ਪਰ ਉਹ ਵੀ ਦੋਨੇ ਫਿਲਮਾਂ ਲੋਕਡਾਊਨ ਕਰਕੇ ਮਤਲਬ ਬੰਦ ਰਿਲੀਜ਼ ਹੋ ਨਹੀਂ ਹੋ ਗਈਆਂ। ਸਕੀ। ਨਹੀਂ, ਬੰਦ ਦੀ ਸ਼ੂਟਿੰਗ ਹੀ ਨਹੀਂ ਕੰਪਲੀਟ ਹੋਈ ਜੀ ਉਹਨਾਂ ਦੀ। ਠੀਕ ਹੈ ਜੀ। ਮੈਂ ਇੱਕ ਅਖੀਰ ਤੇ ਤੁਹਾਡੇ ਕੋਲ ਸਵਾਲ ਹੈਗਾ ਜੀ। ਜਿਵੇਂ ਤੁਸੀਂ ਕਿਸੇ ਤੋਂ ਮੁਤਾਸਰ ਹੋ ਕੇ, ਸਿੱਧੀ ਗੱਲ ਗੁਰਸ਼ਰਨ ਭਾਜੀ ਤੋਂ ਮੁਤਾਸਰ ਹੋ ਕੇ ਤੁਸੀਂ ਇਸ ਫੀਲਡ ਦੇ ਵਿੱਚ ਪੈਰ ਧਰਿਆ, ਕਾਮਯਾਬੀਆਂ ਹਾਸਲ ਕੀਤੀਆਂ, ਬੁਲੰਦੀਆਂ ਹਾਸਲ ਕੀਤੀਆਂ, ਇੱਕ ਮੈਂ ਜ਼ਰੂਰ ਚਾਹੂੰਗਾ ਕਿ ਉਸ ਸਮੇਂ ਦੌਰਾਨ ਤੁਹਾਡੇ ਨਾਲ ਕੋਈ ਇਹੋ ਜਿਹਾ ਕਲਾਕਾਰ, ਗੁਰਸ਼ਰਨ ਭਾਜੀ ਤੋਂ ਇਲਾਵਾ, ਗੁਰਸ਼ਰਨ ਭਾਜੀ ਬਾਰੇ ਤਾਂ ਗੱਲ ਕਲੀਅਰ ਹੈ ਕਿ ਤੁਸੀਂ ਉਹਨਾਂ ਤੋਂ ਪ੍ਰਭਾਵਿਤ ਸੀਗੇ, ਉਹਨਾਂ ਦੀ ਸ਼ਖਸੀਅਤ ਤੋਂ ਵੀ, ਉਹਨਾਂ ਦੀ ਲੇਖਣੀ ਤੋਂ ਵੀ, ਉਹਨਾਂ ਦੀ ਕਲਾਕਾਰੀ ਤੋਂ ਵੀ, ਰੰਗਮੰਚ ਦੇ ਕੰਮ ਤੋਂ ਵੀ। ਕੋਈ ਤੁਹਾਡਾ ਆਪਦਾ ਸਾਥੀ ਕਲਾਕਾਰ ਜਾਂ ਹੋਰਨਾਂ ਟੀਮਾਂ ਦੇ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਵਿੱਚੋਂ ਕੋਈ ਇੱਕ ਕਲਾਕਾਰ ਜਿਹਦੀ ਕੰਮ ਦੀ ਕਰਨ ਦੀ ਵਿਧੀ ਤੋਂ ਤੁਸੀਂ ਪ੍ਰਭਾਵਿਤ ਹੋਏ ਹੋਵੋ? ਉਹਨਾਂ ਟਾਈਮਾਂ ਦੇ ਵਿੱਚ ਜਿੱਦਾਂ ਮਾਸਟਰ ਤਰਲੋਚਨ ਸੀ ਮਾਛੀਵਾੜਾ, ਉਹ ਵੀ ਬਹੁਤ ਵਧੀਆ ਮਤਲਬ ਕੰਮ ਕਰਦੇ ਸੀ ਥੀਏਟਰ ਅੱਜ ਵੀ ਕਰ ਵਾਸਤੇ। ਰਿਹਾ, ਬਹੁਤ ਵਧੀਆ ਕਰ ਰਹੇ। ਹਾਂਜੀ, ਸੋ ਉਹਨਾਂ ਤੋਂ ਮੈਂ, ਕਿਉਂਕਿ ਉਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਟਾਈਪ ਪਰਫਾਰਮੈਂਸ ਦੀ ਜਿਹੜੀ ਹੁੰਦੀ ਸੀ, ਮੈਂ ਉਹ ਤੋਂ ਬੜਾ ਪ੍ਰਭਾਵਿਤ ਸੀ। ਡਾਕਟਰ ਆਤਮਜੀਤ, ਉਹਨਾਂ ਦੇ ਕੰਮ ਕਰਨ ਦਾ ਜਿਹੜਾ ਤਰੀਕਾ ਸੀ, ਲਾਈਟਿੰਗ ਦਾ, ਮਿਊਜ਼ਿਕ ਦਾ, ਮੈਂ ਉਹ ਤੋਂ ਬੜਾ ਪ੍ਰਭਾਵਿਤ ਸੀ। ਸੋ ਅਲੱਗ-ਅਲੱਗ ਫੀਲਡ ਹੈ ਕਿ ਮੈਂ ਦੇਖਿਆ ਵੀ ਉਹ ਬੰਦੇ ਜਿਹੜੇ ਮਤਲਬ ਬਹੁਤ ਹੀ ਜ਼ਿਆਦਾ ਪ੍ਰੋਫੈਸ਼ਨਲਿਜ਼ਮ ਵਾਂਗ ਕੰਮ ਕਰਦੇ ਹੈਗੇ ਆ। ਸੋ ਮੈਂ ਉਸ ਚੀਜ਼ ਨੂੰ ਆਪਣੀ ਲਾਈਫ ਦੇ ਵਿੱਚ ਅਡਾਪਟ ਵੀ ਕਰਨ ਦੀ ਟਰਾਈ ਕੀਤੀ ਹੈ। ਸੋ ਕਿਸੇ ਹੱਦ ਤੱਕ ਮੈਂ ਸਕਸੈਸ ਵੀ ਹੈਗਾ। ਸੋ ਇਹਨਾਂ ਬੰਦਿਆਂ ਤੋਂ ਮੈਂ ਕਾਫੀ ਪ੍ਰਭਾਵਿਤ ਸੀ ਜੀ। ਕੋਈ ਉਹ ਗੱਲ ਜਿਹੜੀ ਮੈਂ ਨਾ ਕਰ ਸਕਿਆ ਹੋਵਾਂ, ਤੁਸੀਂ ਕਰਨੀ ਚਾਹੋ? ਨਹੀਂ, ਬਸ ਇੰਨਾ ਕੀ ਹੈ ਜੀ। ਜਦੋਂ ਕਦੇ ਵੀ ਇੱਥੇ ਅਸੀਂ ਮਤਲਬ ਨਾਟਕ ਦਾ ਸੱਦਾ ਦੇਈਦਾ, ਦੇਖਣ ਨੂੰ ਲੋਕ ਹੁਮ-ਹੁਮਾ ਕੇ ਪਹੁੰਚਦੇ ਹੈਗੇ ਆ। ਜਦ ਕਦੇ ਵੀ ਕੋਈ ਲਿਖਣ ਦਾ ਮਨ ਕਰਦਾ ਹੈਗਾ, ਉਹ ਆਲਵੇਜ਼ ਹੀ ਇਹ ਹੁੰਦਾ ਵੀ ਲੋਕਾਂ ਦੀਆਂ ਗੱਲ, ਜਿਸ ਤਰ੍ਹਾਂ ਗੁਰਸ਼ਰਨ ਭਾਜੀ ਆਮ ਹੀ ਕਹਿੰਦੇ ਹੁੰਦੇ ਸੀ, ਉਹ ਨਾਟਕੀ ਕਾਹਦਾ ਜਿਹਦੇ ਵਿੱਚ ਲੋਕਾਂ ਦੀ ਗੱਲ ਹੀ ਨਾ ਹੋਏ।
ਸੋ ਮੇਰੀ ਆਲਵੇਜ਼ ਦੀ ਟਰਾਈ ਇਹ ਹੁੰਦੀ ਹੈ ਵੀ ਸਾਡੇ ਜਿਹੜਾ ਆਸੇ-ਪਾਸੇ ਦਾ ਮਾਹੌਲ ਹੈ, ਉਹਨੂੰ ਜੇ ਅਸੀਂ ਕੁਛ ਚੰਗੇਰਾ ਬਣਾਉਣ ਦੇ ਵਿੱਚ ਮਦਦ ਕਰ ਸਕੀਏ, ਐਜ਼ ਏ ਆਰਟਿਸਟ ਮੇਰੀ ਤਾਂ ਇਹੀ ਕਾਮਨਾ ਤੇ ਇਹੀ ਤਮੰਨਾ ਰਹਿੰਦੀ ਹੈ। ਇੱਥੋਂ ਦੇ ਕੈਨੇਡਾ ਤੇ ਇੰਡੀਆ ਦੇ ਸੱਭਿਆਚਾਰਕ ਵਖਰੇਵਿਆਂ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਨਾਟਕਾਂ ਨੂੰ ਵੇਖਣ ਆਉਂਦੇ, ਹੁੰਮ-ਹੁਮਾ ਕੇ ਆਉਂਦੇ ਆ। ਉਹ ਭਾਵੇਂ ਭਾਜੀ ਗੁਰਸ਼ਰਨ ਹੋਰੀ ਕਰਦੇ ਰਹੇ ਆ, ਭਾਵੇਂ ਆਤਮਜੀਤ ਹੋਰਾਂ ਨੇ ਕੀਤੇ ਆ, ਜਾਂ ਹੋਰ ਲੋਕਾਂ ਨੇ ਵੀ ਇੱਥੇ ਆ ਕੇ ਸਟੇਜਾਂ ਤੇ ਨਾਟਕ ਕੀਤੇ ਆ। ਲੋਕਾਂ ਨੇ, ਇੱਥੋਂ ਦੇ ਦਰਸ਼ਕਾਂ ਨੇ ਉਹਨਾਂ ਨੂੰ ਬਹੁਤ ਵੱਡਾ ਹੁੰਗਾਰਾ ਦਿੱਤਾ। ਤੇ ਸੱਭਿਆਚਾਰਕ ਵਖਰੇਵੇਂ ਹੋਣ ਦੇ ਬਾਵਜੂਦ ਤੁਸੀਂ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਕੋਈ ਨਾਟਕ ਜਾਂ ਅਜਿਹੀ ਫਿਲਮ ਦੀ ਸਕ੍ਰਿਪਟ ਆਪਣੇ ਹੱਥ ਲੈਣੀ ਪਸੰਦ ਕਰੋਗੇ ਕਿ ਵਖਰੇਵਿਆਂ ਦੇ ਬਾਵਜੂਦ ਵੀ ਇੱਕ ਸੁਰਤਾ ਕਿਸੇ ਲੈਵਲ ਤੱਕ ਬਣੀ ਰਵੇ? ਨਹੀਂ ਜੀ, ਕਦੇ ਵੀ ਮਤਲਬ ਐਜ਼ ਏ ਰਾਈਟਰ ਜਾਂ ਐਜ਼ ਏ ਐਕਟਰ ਮੈਨੂੰ ਕੋਈ ਵੀ ਓਪਰਚੁਨਿਟੀ ਮਿਲਦੀ ਹੈ ਤੇ ਮੈਂ ਉਹਨੂੰ ਦੂਸਰੇ ਬੰਦੇ ਦੀ ਲੋੜ ਵੀ ਉਹ ਕਿੱਦਾਂ ਦਾ ਮੇਰੇ ਕੋਲੋਂ ਐਕਸੈਪਟ ਕਰ ਰਿਹਾ, ਵੀ ਕਿੱਦਾਂ ਦਾ ਮੈਂ ਕੀ ਕਰਾਂ, ਕੀ ਲਿਖਾਂ ਤੇ ਕੀ, ਮੈਂ ਆਲਵੇਜ਼ ਹੀ ਉਸ ਚੀਜ਼ ਦੇ ਨਾਲ ਰਹਿ ਕੇ ਕੰਮ ਕਰਨ ਦੇ ਵਿੱਚ ਵਿਸ਼ਵਾਸ ਕਰਦਾ। ਬਹੁਤ ਖੂਬ, ਬਹੁਤ ਖੂਬ, ਬਹੁਤ ਮਿਹਰਬਾਨੀ ਪਰਮਜੀਤ ਗਿੱਲ ਜੀ। ਮੈਨੂੰ ਇਹ ਕਹਿਣ ਵਿੱਚ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਮੈਨੂੰ ਤੁਹਾਡੇ ਘਰ ਜਾਣ ਦਾ ਮੌਕਾ ਮਿਲਿਆ ਸੀ। ਮੈਨੂੰ ਸੰਨ ਤਾਂ ਚੇਤਾ ਭੁੱਲ ਗਿਆ, ਕਿਹੜਾ ਹੋਊਗਾ, 82 81 82 ਦੇ ਲਾਗੇ ਛਾਗੇ ਸ਼ਾਇਦ। ਬੜਾ ਪਿੰਡੋਂ ਬਾਰ-ਬਾਰ ਘਰ, ਬੜਾ ਖੁੱਲਾ ਡੁੱਲਾ, ਤੇ ਮਤਲਬ ਅਸੀਂ ਉੱਥੇ ਰਾਤ ਰਹੇ ਬਿਲਕੁਲ ਜੀ। ਤੇ ਖੁੱਲੀਆਂ ਡੁੱਲੀਆਂ ਗੱਲਾਂ ਬਾਤਾਂ ਕੀਤੀਆਂ। ਤੁਹਾਡੇ ਪੇਰੈਂਟਸ ਨੂੰ ਵੀ ਮਿਲਣ ਦਾ ਮੌਕਾ ਮਿਲਿਆ, ਉਹਨਾਂ ਤੋਂ ਆਸ਼ੀਰਵਾਦ ਲੈਣ ਦਾ ਮੌਕਾ ਮਿਲਿਆ, ਤੁਹਾਡੇ ਨਾਲ ਵੀ ਕੁਛ ਸਮਾਂ ਪਲ ਇਕੱਠੇ ਬਿਤਾਉਣ ਦਾ ਮੌਕਾ ਮਿਲਿਆ। ਤੇ ਫਿਰ ਜਦੋਂ ਤੁਸੀਂ ਕੈਨੇਡਾ ਵਿੱਚ ਆ ਗਏ ਤੇ ਉਸ ਤੋਂ ਬਾਅਦ ਤਾਂ ਆਪਾਂ ਮਿਲੇ ਹੀ ਨਹੀਂ। ਤੁਸੀਂ ਇੰਡੀਆ ਪਿਛਲੇ ਸਾਲ ਗਏ, ਉਦੋਂ ਗਏ ਜਦੋਂ ਮੈਂ ਵਾਪਸ ਆ ਗਿਆ ਸੀ। ਆਪਣਾ ਸੰਪਰਕ ਨਹੀਂ ਹੋਇਆ। ਅੱਜ ਇੱਕ ਸਬੱਬ ਬਣਿਆ ਵਾਇਸ ਆਫ ਇੰਡੀਆ ਦੇ ਪਲੇਟਫਾਰਮ ਤੋਂ, ਜਦੋਂ ਅਸੀਂ ਆਮੋ ਸਾਹਮਣੇ ਤਾਂ ਭਾਵੇਂ ਨਹੀਂ, ਪਰ ਇੱਕ ਦੂਜੇ ਦੀ ਤਸਵੀਰ ਵੇਖ ਕੇ, ਇੱਕ ਦੂਜੇ ਦੇ ਲਿਪਸਿੰਗ ਜਿਹੜੀ ਵੇਖ ਕੇ ਗੱਲ ਨੂੰ ਸਮਝ ਸਕਦੇ ਹਾਂ। ਤੁਹਾਡੇ ਦਿਲ ਵਿੱਚ ਵੀ ਕੋਈ ਨਾ ਕੋਈ ਕਸਕ ਜਿਹੜੀ ਆ ਉੱਠਦੀ ਹੋਊਗੀ, ਮੇਰੇ ਤਾਂ ਬਹੁਤ ਉੱਠਦੀ ਹੈ। ਤੇ ਨਹੀਂ, ਮੇਰੇ ਤਾਂ ਆਪ ਬਹੁਤ ਹੈ ਜੀ। ਮੈਂ ਕਿਹਾ ਉਹ ਕਦੇ ਉਹ ਟਾਈਮ ਆਊਗਾ, ਅਸੀਂ ਇਕੱਠੇ ਬੈਠ ਕੇ ਏਦਾਂ ਮਤਲਬ ਗੱਲਾਂ ਜਿਹੜੀਆਂ ਪੁਰਾਣੀਆਂ ਉਹ ਸਾਂਝੀਆਂ ਕਰਾਂਗੇ। ਮੈਨੂੰ ਅਜੇ ਵੀ ਯਾਦ ਆ, ਉਦੋਂ ਪਲਸ ਮੰਚ ਦਾ ਸਾਡੇ ਆਪਣੇ ਪਿੰਡ ਦੇ ਵਿੱਚ ਪ੍ਰੋਗਰਾਮ ਸੀਗਾ, ਜਦੋਂ ਦੀ ਤੁਸੀਂ ਗੱਲ ਕਰਦੇ ਆ, ਨਾਟਕਾਂ ਦਾ ਮੇਲਾ ਸੀਗਾ। ਹਾਂਜੀ, ਚਾਹੁੰਦੇ ਆ ਕਿ ਕਦੇ ਕੋਈ ਬੈਠੇ, ਮਤਲਬ ਉਦਾਂ ਦੀਆਂ ਉਹ ਗੱਲਾਂ ਬਾਤਾਂ ਛਿੜਨ, ਅਸੀਂ ਫੇਰ ਆਪਣੇ ਆਪ ਨੂੰ ਯੰਗ ਸਮਝੀਏ ਤੇ ਉਦਾਂ ਦਾ ਕੁਝ ਹੋਵੇ। ਤੋ ਬੜੀ ਤਮੰਨਾ ਰਹਿੰਦੀ ਹੈ ਜੀ। ਤੇ ਤੁਹਾਡਾ ਵਾਇਸ ਆਫ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ, ਜਿਨ੍ਹਾਂ ਨੇ ਤੁਹਾਡੇ ਨਾਲ ਮੇਰਾ ਮੇਲ ਕਰਾਇਆ। ਬਹੁਤ ਮਿਹਰਬਾਨੀ ਜੀ। ਮੈਂ ਕੁਝ ਜਜ਼ਬਾਤੀ ਕਿਸਮ ਦਾ ਬੰਦਾ ਤੇ ਮੈਂ ਇਸ ਵੇਲੇ ਪੂਰਾ ਇਮੋਸ਼ਨਲ ਹਾਂ, ਤੇ ਕੋਸ਼ਿਸ਼ ਕਰਾਂਗੇ ਆਪਾਂ ਛੇਤੀ ਮਿਲੀਏ ਤੇ ਫਿਰ ਗੱਲਾਂ ਬਾਤਾਂ ਕਰਾਂਗੇ। ਵਾਇਸ ਆਫ ਇੰਡੀਆ ਵੱਲੋਂ ਤੁਹਾਡੇ ਇੱਕ ਵਾਰੀ ਫਿਰ ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਵੈਰੀ ਮਚ। ਥੈਂਕ ਯੂ MP ਭਾਈ ਸਾਹਿਬ, ਤੁਹਾਡਾ ਤੇ ਤੁਹਾਡਾ ਪ੍ਰੋਗਰਾਮ ਦੇਖ ਰਹੇ ਵਾਇਸ ਆਫ ਪੰਜਾਬ ਸਾਰੇ ਹੀ ਦਰਸ਼ਕਾਂ ਦਾ ਥੈਂਕ ਯੂ, ਤਹਿ ਦਿਲੋਂ ਧੰਨਵਾਦ ਕਰਦਾ। ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ।